ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰਮ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿੰਘ ਬਾਹਨੀ ਮਾਤ ਜਗ, ਅਸ਼ਟ ਭੁਜੀ ਖਲ ਕਾਲ। ਨਮਸਕਾਰ ਤਿਹ ਚਰਨ ਕੋ, ਉਚਰੋ ਕਥਾ ਰਸਾਲ। ਸਿੰਘ ਬਾਹਨੀ ਮਾਤ ਜਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਗੁਰੂ ਗਰੀਬ ਨਵਾਜ ਅੰਤਰਜਾਮੀ, ਸੱਚੇ ਪਾਤਸ਼ਾਹ ਸਮੁੱਚੀ ਮਾਨਵਤਾ ਦੇ ਸਾਂਝੇ ਰਹਿਬਰ। ਵਾਲੀਏ ਕੁਲ ਜਹਾਨ, ਰਾਜਾਨ ਰਾਜ ਭਾਨਾਨ ਭਾਨ। ਐਸੇ ਦੀਨ ਦਿਆਲੂ ਕਿਰਪਾਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਕਿਰਪਾ ਦੇ ਸਦਕਾ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਵਿਖੇ ਸ਼ਾਮ ਵੇਲੇ ਦੇ ਸੰਧਿਆ ਦੇ ਦੀਵਾਨ ਸਜ ਰਹੇ ਨੇ। ਦੀਵਾਨਾਂ ਦੇ ਵਿੱਚ
ਗੁਰ ਇਤਿਹਾਸ ਦੀ ਕਥਾ ਵਾਰਤਾ ਦਾ ਸਾਨੂੰ ਸਮਾਂ ਪ੍ਰਾਪਤ ਹੋ ਰਿਹਾ। ਆਓ ਗੁਰੂ ਕੇ ਸਿੱਖੋ, ਜਿਤਨੇ ਬਾਈ ਭਾਈ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤਾਂ ਨੇ ਸਤਿਗੁਰੂ ਨਾਨਕ ਦੇਵ ਜੀ ਦਾ ਅੰਮ੍ਰਿਤਮਈ ਜਸ ਸ਼ਰਵਣ ਕਰਕੇ ਆਪ ਦੇ ਅਮੋਲਕ ਜਨਮ ਨੂੰ ਸਫਲਿਆਂ ਕਰੀਏ। ਜੋ ਅਸੀਂ ਪਿਛਲੇ ਦੀਵਾਨਾਂ ਵਿੱਚ ਸ਼ਰਵਣ ਕਰ ਰਹੇ ਸਾਂ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਤਲਵੰਡੀ ਵਿਖੇ ਜਿਸ ਵਕਤ ਆਪ ਦੇ ਪਿੰਡ ਤੋਂ ਬਾਹਰ ਬਾਬੇ ਚੰਦਰਭਾਨ ਦੇ ਖੂਹ 'ਤੇ ਬਿਰਾਜਮਾਨ ਨੇ ਅਤੇ ਬੇਦੀਆਂ ਦੀ ਕੁਲ ਨੂੰ ਖਬਰ ਪਹੁੰਚੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਪਿੰਡ ਦੇ ਬਾਹਰ ਹੀ ਬੈਠੇ ਹੋਏ ਨੇ। ਇਸ ਤੋਂ ਸਾਰੇ ਬੇਦੀਆਂ ਦੇ ਜਿਤਨੇ ਨਰ ਨਾਰੀਆਂ ਨੇ ਸਮੇਤ ਬਾਬਾ ਕਲਿਆਣ ਦਾਸ ਜੀ, ਮਾਤਾ ਤ੍ਰਿਪਤਾ ਜੀ, ਇਹ ਸਾਰੇ ਮਿਲਣੇ ਵਾਸਤੇ ਗਏ ਨੇ ਅਤੇ ਸਤਿਗੁਰਾਂ ਨੂੰ ਬਹੁਤ ਮਿੰਨਤਾਂ ਜੋਦੜੀਆਂ ਕਰਕੇ ਹੁਣ ਆਪ ਦੇ ਘਰ ਲੈ ਆਏ ਨੇ। ਪਹਿਲੇ ਤਾਂ ਸਤਿਗੁਰੂ ਕਹਿਣ ਲੱਗੇ ਵੀ ਜਿੱਧਰ ਰੱਬ ਰਜਾਏ ਵਹਿਮਤ ਦਾਉ ਗਊ ਕਰੇ, ਵੀ ਜਿੱਧਰ ਵਾਹਿਗੁਰੂ ਦਾ ਹੁਕਮ ਹੈ ਅਸੀਂ ਉੱਧਰ ਹੀ ਜਾਂਦੇ ਹਾਂ। ਅਤੇ ਹੁਣ ਸ਼ਾਇਦ ਪ੍ਰਭੂ ਦਾ ਐਸਾ ਹੀ ਭਾਣਾ ਸੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਦੇ ਘਰ ਬਾਬਾ ਕਲਿਆਣ ਦਾਸ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਪਾਸ ਰਹਿਣ ਲੱਗ ਪਏ ਨੇ। ਹੁਣ ਕੁਝ ਦਿਨ ਇੱਦਾਂ ਹੀ ਬਤੀਤ ਹੋ ਰਹੇ ਨੇ ਅਤੇ ਅੱਗੇ ਜਿਵੇਂ ਵਾਰਤਾ ਆ ਰਹੀ ਆ ਉਹ ਸਾਰੀ ਆਪਾਂ ਲੜੀਵਾਰ ਰੂਪ ਵਿੱਚ, ਜਿਵੇਂ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਆਪ ਦੇ ਕਲਮਬੰਦ ਕੀਤਾ ਹੈ, ਉਹ ਵਿਚਾਰਾਂ ਆਪਾਂ ਸ਼ਰਵਣ ਕਰਨ ਦਾ ਯਤਨ ਕਰੀਏ। ਪਹਿਲੇ ਮੰਗਲਾਚਰਨ ਕਰਨਗੇ ਉਸ ਅਕਾਲ ਪੁਰਖ ਦੀ ਸ਼ਕਤੀ ਦਾ, ਉਸ ਤੋਂ ਬਾਅਦ ਪ੍ਰਸੰਗ ਆਰੰਭ ਹੋਵੇਗਾ। ਆਓ ਇੱਕ ਦਫਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਲਗਾ ਕੇ ਪ੍ਰੇਮ ਨਾਲ ਉਚਾਰਨ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿੰਘ ਬਾਹਨੀ ਮਾਤ ਜਗ, ਅਸ਼ਟ ਭੁਜੀ ਖਲ ਕਾਲ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਿਵੇਂ ਸਰਗੁਣ ਸਰੂਪ ਵਿੱਚ ਕਈਆਂ ਨੇ ਜਗਤ ਮਾਤਾ ਬਿਆਨ ਕੀਤਾ ਹੈ, ਉਹ ਜਗਤ ਮਾਤਾ ਜਿਸ ਦਾ ਸਰੂਪ ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਨੇ, ਜੋ ਸ਼ੇਰ 'ਤੇ ਸਵਾਰ ਹੈ ਔਰ ਜਿਹੜੀ ਜਗਤ ਦੀ ਮਾਤਾ ਹੈ ਦੁਰਗਾ ਦਾ ਮੰਗਲਾਚਰਨ ਕਰਦੇ ਨੇ, ਕਿਉਂਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖੁਦ ਆਪ ਦੀ ਬਾਣੀ ਚੰਡੀ ਦੀ ਵਾਰ ਉਚਾਰਨ ਕੀਤੀ ਹੈ। ਔਰ ਕੋਈ ਇਸ ਨੂੰ ਦੁਰਵਰਤੋਂ ਵੱਲ ਨਾ ਲੈ ਜਾਏ ਕਿ ਖੌਰੇ ਗੁਰੂ ਘਰ ਵਿੱਚ ਇਹ ਮਾਤਾ ਦੀ ਪੂਜਾ ਹੁੰਦੀ ਹੈ ਜਾਂ ਐਸਾ ਨਹੀਂ, ਐਸਾ ਕੋਈ ਨਹੀਂ ਹੈ, ਬਲਕਿ ਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਐਸਾ ਸੁਭਾਅ ਹੈ ਕਿ ਜਿਨ੍ਹਾਂ ਨੇ ਕੁਛ ਜੀਵਾਂ ਦੇ ਕਲਿਆਣ ਹਿੱਤ ਸ਼ੁਭ ਉਪਦੇਸ਼ ਕੀਤਾ ਹੈ, ਸੋ ਉਹਨਾਂ ਦੀ ਸੋਭਾ ਹੁੰਦੀ ਰਹਿੰਦੀ ਹੈ। ਨਹੀਂ ਤਾਂ ਧਰੂ ਪ੍ਰਹਿਲਾਦ ਜੀ ਹੋ ਗਏ, ਰਵਿਦਾਸ ਜੀ ਹੋ ਗਏ, ਇਹਨਾਂ ਦਾ ਪੰਥ ਵੈਸੇ ਤਾਂ ਜੇ ਅਸੀਂ ਦੇਖੀਏ ਫਿਰ ਸਾਡੇ ਨਾਲ ਤਾਂ ਮਿਲਦਾ ਨਹੀਂ, ਪਰ ਨਹੀਂ, ਜਿਨ੍ਹਾਂ ਨੇ ਪ੍ਰਭੂ ਨੂੰ ਉਚਾਰਿਆ ਹੈ, ਮਹਿਮਾ ਗਾਇਨ ਕੀਤੀ ਹੈ, ਉਹ ਸਾਰੇ ਸਤਿਕਾਰਯੋਗ ਨੇ। ਇਸ ਵਾਸਤੇ ਕਵੀ ਸੰਤੋਖ ਸਿੰਘ ਜੀ ਹੁਣ ਪ੍ਰਭੂ ਦੀ ਸ਼ਕਤੀ ਦਾ ਵਰਣਨ ਕਰ ਰਹੇ ਨੇ ਕਿ ਜਿਹੜੀ ਸਿੰਘ ਬਾਹਣੀ ਜਿਸ ਦੀ ਸ਼ੇਰ ਦੀ ਅਸਵਾਰੀ ਹੈ, ਅਤੇ ਮਾਤ ਜਗ ਅਸ਼ਟ ਭੁਜੀ ਖਲ ਕਾਲ, ਜਿਸ ਨੂੰ ਸਾਰੇ ਲੋਕ ਜਗਤ ਮਾਤਾ ਕਰਕੇ ਪੁਕਾਰਦੇ, ਜੋ ਖਲ ਨਾਮ ਹੁੰਦਾ ਮੂਰਖ ਦਾ, ਮੂਰਖ ਨੂੰ ਮਾਰਨ ਵਾਲੀ ਔਰ ਭਗਤਾਂ ਨੂੰ ਬਚਾਉਣ ਵਾਲੀ। ਪਿੱਛੇ ਪ੍ਰਸੰਗ ਸੁਣਿਆ ਹੈ ਅਸੀਂ, ਜਿਵੇਂ ਉਹ ਰਾਜੇ ਨੇ ਭਾਈ ਬਾਲੇ ਨੂੰ ਮਾਰਨ ਦਾ ਯਤਨ ਕੀਤਾ ਤਾਂ ਫਿਰ ਉਸ ਵੇਲੇ ਚੰਡੀ ਨੇ ਪ੍ਰਗਟ ਹੋ ਕੇ ਰਾਜੇ ਦਾ ਹੀ ਸੰਘਾਰ ਕੀਤਾ। ਅਤੇ ਐਸਾ ਹੀ ਇਸ ਮੰਗਲਾਚਰਨ ਵਿੱਚ ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਨੇ। ਨਮਸਕਾਰ ਤੇ ਚਰਨ ਕੋ ਉਤਰੋਂ ਕਥਾ ਰਸਾਲ, ਐਸੇ ਪ੍ਰਭੂ ਪਿਆਰਿਆਂ ਦੇ
ਸਦਾ ਹੀ ਅਸੀਂ ਚਰਨਾਂ 'ਤੇ ਨਮਸਕਾਰ ਕਰਦੇ ਹਾਂ। ਹੁਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਵਰਣਨ ਕਰਦੇ ਹਾਂ, ਜਿਨ੍ਹਾਂ ਸਤਿਗੁਰਾਂ ਦੀ ਸ਼ਰਨ ਲੈ ਕੇ ਸਾਰੇ ਹੀ ਦੁਸ਼ਟ ਪਾਪੀ ਸਭ ਤਰ ਗਏ। ਸੋ ਕਿਤਨਿਆਂ ਦਾ ਜ਼ਿਕਰ ਕਰੀਏ, ਸਾਰਿਆਂ ਨੇ ਮੋਖ ਪਦਵੀ ਹਾਸਲ ਕੀਤੀ। ਐਸੇ ਗੁਰੂ ਨਾਨਕ ਦੇਵ ਜੀ ਦਾ ਪ੍ਰਸੰਗ ਸੁਣਾਉਂਦੇ ਹਾਂ। ਸ੍ਰੀ ਬਾਲਾ ਸੰਧੁਰਵਾਚ। ਭਾਈ ਬਾਲਾ ਜੀ ਸੰਧੂ ਗੋਤ ਦੇ ਮਹਾਨ ਗੁਰੂ ਕੇ ਸਿੱਖ, ਉਹ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਸੰਗ ਸੁਣਾ ਰਹੇ ਨੇ। ਸ੍ਰੀ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸੁਣੋ। ਸੁਣੋ ਕਥਾ ਸ੍ਰੀ ਫੇਰੂ ਨੰਦਨ। ਫੇਰੂ ਬਾਬਾ ਫੇਰੂ ਮੱਲ ਜੀ ਦੇ ਪੁੱਤਰ ਨੇ ਗੁਰੂ ਅੰਗਦ ਦੇਵ ਜੀ। ਐ ਗੁਰੂ ਅੰਗਦ ਦੇਵ ਮਹਾਰਾਜ ਜੀ ਬਾਬਾ ਫੇਰੂ ਮੱਲ ਜੀ ਦੇ ਸਪੁੱਤਰ ਜੀ, ਗੁਰੂ ਨਾਨਕ ਦੇਵ ਜੀ ਦਾ ਪ੍ਰਸੰਗ ਤੁਹਾਨੂੰ ਸੁਣਾਉਂਦਾ ਹਾਂ। ਭਾਈ ਬਾਲਾ ਆਖ ਰਹੇ ਨੇ, ਕਹਿਣ ਲੱਗੇ ਤੁਹਾਨੂੰ ਸੁਣਾਉਂਦਾ ਹਾਂ ਪ੍ਰਸੰਗ ਅਗਲਾ, ਸੁਣੋ ਚਿੱਤ ਲਾ ਕੇ। ਸਰੋਤਨ ਕੇ ਅਗ ਓਘ ਨੀਲ ਕੰਦਨ। ਜਿਹੜਾ ਵੀ ਪ੍ਰੇਮ ਨਾਲ ਗੁਰੂ ਨਾਨਕ ਦੇਵ ਜੀ ਦੇ ਅੰਮ੍ਰਿਤਮਈ ਜਸ ਨੂੰ ਸੁਣੇਗਾ, ਉਹਦੇ ਅਗ ਨਾਮ ਹੁੰਦਾ ਪਾਪਾਂ ਦਾ, ਓਘ ਨਾਮ ਹੁੰਦਾ ਸਾਰੇ ਹੀ ਛੋਟੇ ਮੋਟੇ ਜਿਤਨੇ ਵੀ ਪਾਪ ਜਿਤਨੇ ਵੀ ਦੁਸ਼ਟ ਕਰਮ ਕੀਤੇ ਆ ਨਾ ਮਨੁੱਖ ਨੇ ਜ਼ਿੰਦਗੀ ਵਿੱਚ, ਕਿਉਂਕਿ ਸਾਡੇ ਪਾਪ ਗਿਣੇ ਨਹੀਂ ਜਾਂਦੇ ਹੈ। ਪਾਪ ਉਸ ਨੂੰ ਕਿਹਾ ਜਾਂਦਾ ਜਿਹੜਾ ਬੁਰਾ ਕਰਮ ਕੀਤਾ ਹੈ, ਉਹਦੇ ਫਲ ਨੂੰ ਪਾਪ ਕਿਹਾ ਜਾਂਦਾ ਹੈ। ਚੰਗਾ ਕਰਮ ਕੀਤਾ, ਉਹਦੇ ਫਲ ਨੂੰ ਪੁੰਨ ਕਿਹਾ ਜਾਂਦਾ ਹੈ। ਸਮੂਹ ਪਾਪਾਂ ਨੂੰ ਹਰਨ ਵਾਲੀ ਗੁਰੂ ਨਾਨਕ ਦੇਵ ਜੀ ਦੀ ਅੰਮ੍ਰਿਤਮਈ ਮਹਿਮਾ ਤੁਹਾਨੂੰ ਸੁਣਾਉਂਦਾ ਹਾਂ। ਤਲਵੰਡੀ ਮਹਿ ਦੀਨ ਦਇਆਲਾ। ਗੁਰੂ ਨਾਨਕ ਦੇਵ ਜੀ ਤਲਵੰਡੀ ਦੇ ਵਿੱਚ ਹੀ ਰਹਿ ਰਹੇ ਨੇ, ਜਿਹੜੇ ਦੀਨਾਂ 'ਤੇ ਗਰੀਬਾਂ 'ਤੇ ਨਿਮਾਣਿਆਂ 'ਤੇ ਸਦਾ ਹੀ ਦਇਆ ਕਰਦੇ ਨੇ। ਤਰਸ ਕਰਦੇ ਰਹਿਤੇ ਹੋ ਕਿਤਕ ਬਿਤਾਏ ਕਾਲਾ। ਕਿੰਨੇ ਕੁ ਦਿਨ ਹੋ ਗਏ ਨੇ, ਭਾਵ ਕਿ ਮਹੀਨਾ ਕੁ ਹੋ ਗਿਆ ਹੈ। ਗੁਰੂ ਨਾਨਕ ਦੇਵ ਜੀ ਨਿਤਾ ਪ੍ਰਤੀ ਆਪਦੇ ਨੇਮ ਅਨੁਸਾਰ ਉੱਠਦੇ ਔਰ ਭਜਨਾਨੰਦ ਬੰਦਗੀ ਵਿੱਚ ਲੀਨ ਹੋ ਜਾਂਦੇ। ਐਸਾ ਰੋਜ਼ ਦਾ ਸਤਿਗੁਰਾਂ ਦਾ ਨੇਮ ਬਣਿਆ ਹੋਇਆ ਹੈ। ਕਿੰਨੇ ਕੁ ਦਿਨ ਹੋ ਗਏ ਤਲਵੰਡੀ ਵਿਖੇ ਆਪ ਦੇ ਮਾਤਾ ਪਿਤਾ ਦੇ ਘਰ ਵਿਖੇ ਰਹਿੰਦਿਆਂ। ਏਕ ਦਿਵਸ ਕਾਲੂ ਡਿਗ ਆਵਾ। ਇੱਕ ਦਿਨ ਦੀ ਗੱਲ ਹੈ ਕਿ ਬਾਬਾ ਕਲਿਆਣ ਦਾਸ ਜੀ, ਜੋ ਕਿ ਸਤਿਗੁਰਾਂ ਦੇ ਪਿਤਾ ਹੈ, ਇੱਕ ਦਿਨ ਕੋਲ ਆ ਕੇ ਤੇ ਸਤਿਗੁਰਾਂ ਨੂੰ ਕਹਿਣ ਲੱਗੇ, ਹਿਤ ਸਮਝਾਵਨ ਬਚਨ ਅਲਾਵਾ। ਪੁੱਤਰ ਨੂੰ ਸਮਝਾਉਣ ਵਾਸਤੇ ਕਿ ਪੁੱਤਰ ਰੋਜ਼ ਹੁਣ ਕੁਝ ਕੰਮ ਧੰਦਾ ਨਹੀਂ ਕਰਦੇ ਹੈ ਤੇ ਉਦਾਸ ਜੇ ਹੋ ਕੇ ਬੈਠੇ ਰਹਿੰਦੇ ਹੈ। ਪੁੱਤਰ ਨੂੰ ਸਮਝਾਉਣ ਵਾਸਤੇ ਬਾਬਾ ਕਲਿਆਣ ਦਾਸ, ਬਾਬਾ ਕਾਲੂ ਜੀ ਕਹਿਣ ਲੱਗੇ ਆ ਕੇ, ਹੇ ਸੁਤ ਗ੍ਰਸਤ ਰੀਤ ਕਰੀਜੈ। ਐ ਪੁੱਤਰ ਜੀ, ਤੁਸੀਂ ਹੁਣ ਗ੍ਰਸਤ ਮਾਰਗ ਨੂੰ ਵੀ ਅਪਣਾਉਣਾ ਕਰੋ। ਤੁਹਾਡੇ ਜੋ ਪਤਨੀ ਨੇ, ਤੁਹਾਡੇ ਸਪੁੱਤਰ ਬਾਬਾ ਲਖਮੀ ਚੰਦ ਸ਼੍ਰੀ ਚੰਦ ਜੀ, ਉਹਨਾਂ ਨੂੰ ਵੀ ਆਪਣੇ ਕੋਲ ਸੱਦ ਲਵੋ। ਜੇ ਗ੍ਰਸਤੀ ਰੀਤ ਕਰੀਜੈ ਵੇਖ, ਵੇਖ ਫਕੀਰੀ ਅਬ ਤਜ ਦੀਜੈ। ਕਹਿਣ ਲੱਗੇ ਵੀ ਹੁਣ ਜਿਹੜਾ ਫਕੀਰਾਂ ਵਾਲਾ ਲਿਬਾਸ ਹੈ ਨਾ, ਇਹ ਪੁੱਤਰ ਹੁਣ ਇਹਨੂੰ ਛੱਡ ਦੇ। ਹੁਣ ਤੂੰ ਘਰ ਆ ਗਿਆ ਹੈ, ਹੁਣ ਤੈਨੂੰ ਕੋਈ ਨਹੀਂ ਆਖੇਗਾ ਕਿ ਤੂੰ ਫਕੀਰ ਹੈ ਜਾਂ ਅਥਵਾ ਗ੍ਰਸਤੀ ਹੋ ਗਿਆ ਹੈ। ਹੁਣ ਤੂੰ ਆਪ ਦੇ ਇਹ ਗੇਰੂ ਬਸਤਰ ਜਿਹੜੇ ਪਾਏ ਹੋਏ ਨੇ ਇਹ ਉਤਾਰ ਦੇ। ਹੁਣ ਤੂੰ ਗ੍ਰਸਤ ਮਾਰਗ ਅਪਣਾਉਣਾ ਕਰ। ਆਗੇ ਦਰਬ ਜਿਤ ਘਰ ਬਾਰਾ। ਜਿਨ੍ਹਾਂ ਘਰ ਵਿੱਚ ਖਰਚਾ ਪਾਣੀ ਹੈ, ਪਦਾਰਥ ਨੇ, ਧਨ ਦੌਲਤ ਹੈ, ਉਹ ਸਾਰਾ ਹੋਏ ਬਿਰਕਤ ਲੁਟਾਇਓ ਸਾਰਾ। ਤੁਸੀਂ ਪਹਿਲੇ ਹੀ ਬਹੁਤ ਧਨ ਜਿਹੜਾ ਹੈ ਘਰ ਦਾ ਲੁਟਾ ਦਿੱਤਾ ਸੀ। ਹੁਣ ਤੁਸੀਂ ਧਨ ਜੋੜੋ, ਜਿੰਨਾ ਹੋ ਸਕੇ ਧਨ ਦੀ ਸਹੀ ਤਰੀਕੇ ਨਾਲ ਵਰਤੋਂ ਕਰੋ, ਵਪਾਰ ਕਰੋ, ਸ਼ੁਭ ਕੰਮਾਂ ਵਿੱਚ ਪੈਸੇ ਲਾਵੋ। ਹੁਣ ਐਵੇਂ ਨਾ ਅਜਾਈ ਹੀ ਧਨ ਨੂੰ ਦੁਰਵਰਤੋਂ ਵਿੱਚ ਇਹ ਲਗਾ ਦੇਵੋ। ਕਿ ਬਾਬਾ ਕਲਿਆਣ ਦਾਸ ਗੁਰੂ ਨਾਨਕ ਸਾਹਿਬ ਜੀ ਨੂੰ ਆਖਦੇ, ਓ ਕ੍ਰਿਤ ਅਬ ਲਿਓ ਸੰਭਾਰੀ। ਇਹ ਪੁੱਤਰ ਹੁਣ ਤੁਸੀਂ ਦੇਖ ਲਓ ਤੁਹਾਨੂੰ ਕਿਹੜੀ ਸੌਖਾ ਕਿਰਤ ਜਿਹੜੀ ਚੰਗੀ ਲੱਗਦੀ ਹੈ। ਜੇਕਰ ਤੁਹਾਨੂੰ ਵਪਾਰ ਕਰਨ ਦਾ ਸੁਭਾਅ ਬਣਿਆ ਹੈ ਤੇ ਤੁਸੀਂ ਵਪਾਰ ਕਰ ਲਓ,
ਜੇ ਹੱਟ ਚਲਾਉਣੀ ਆ ਤੇ ਤੁਹਾਡੇ ਵਾਸਤੇ ਹੱਟ ਖੋਲ੍ਹ ਦਿੰਦੇ ਆ। ਜੇ ਕਿਧਰੇ ਹੋਰ ਤੁਸੀਂ ਕੋਈ ਕੰਮ ਧੰਦਾ ਕਰਨਾ ਹੈ ਤੇ ਦੱਸ ਦਿਓ, ਤੁਹਾਨੂੰ ਉਹ ਕੰਮ ਧੰਦਾ ਲਵਾ ਦਿੰਦੇ ਹਾਂ। ਦਰਬ ਕਮਾਵਹੁ ਸਮਤ ਵਿਚਾਰੀ। ਇਹ ਪੁੱਤਰ, ਜਿੰਨਾ ਚਿਰ ਸੰਸਾਰ ਵਿੱਚ ਰਹੀਦਾ ਹੈ ਨਾ, ਧਨ ਤੋਂ ਬਿਨਾਂ ਗੱਲ ਨਹੀਂ ਬਣਦੀ ਹੈ। ਇਸ ਵਾਸਤੇ ਧਨ ਕਮਾਓ, ਜਿੰਨਾ ਹੋ ਸਕੇ ਵੱਧ ਤੋਂ ਵੱਧ ਧਨ ਜੋੜ ਕੇ ਰੱਖੋ। ਸਰਜਰਾ ਗਰਸੀ ਅਬ ਦੇਹ ਹਮਾਰੀ। ਬਾਬਾ ਕਲਿਆਣ ਦਾਸ ਕਹਿਣ ਲੱਗੇ ਕਿ ਸਾਡੀ ਜਿਹੜੀ ਦੇਹੀ ਹੈ ਇਹ ਤੇ ਬੁਢੇਪੇ ਨੇ ਗਰਸ ਲਈ ਹੈ, ਸਾਨੂੰ ਬੁਢੇਪੇ ਨੇ ਜਕੜ ਲਿਆ ਹੈ। ਨਹੀਂ ਤੇ ਪੁੱਤਰ ਅਸੀਂ ਵੀ ਬਹੁਤ ਜ਼ਿਆਦਾ ਧਨ ਕਮਾਉਂਦੇ ਸਾਂ, ਹੁਣ ਸਾਡਾ ਸਰੀਰ ਸਾਥ ਨਹੀਂ ਦਿੰਦਾ ਹੈ। ਸੋਚਦੇ ਹਾਂ ਹੁਣ ਤੁਸੀਂ ਸਾਡੀ ਵਾਗ ਡੋਰ ਸੰਭੋ, ਹੁਣ ਤੁਸੀਂ ਪੈਸੇ ਕਮਾਵੋ ਅਤੇ ਅਸੀਂ ਥੋੜ੍ਹਾ ਆਰਾਮ ਕਰ ਲੈਂਦੇ ਹਾਂ। ਜੇ ਤੁਹਾਡੀ ਇਹ ਰਾਏ ਠੀਕ ਹੈ, ਮੰਨਦੇ ਹੋ ਸਾਡੀ ਗੱਲ ਤਾਂ ਤੇ ਦੱਸੋ ਫਿਰ। ਸੁਖ ਦੇਵਨ ਵੀ ਕੀ ਹੈ ਤਬ ਵਾਰੀ। ਇਹ ਪੁੱਤਰ, ਪਹਿਲੇ ਅਸੀਂ ਤੈਨੂੰ ਬਹੁਤ ਪਾਲ ਪੋਸ ਕੇ ਵੱਡਾ ਕਰ ਲਿਆ ਹੈ, ਹੁਣ ਤੇਰੀ ਵਾਰੀ ਆ ਸਾਨੂੰ ਸੁੱਖ ਦੇਵਣ ਦੀ। ਮਾਂ ਬਾਪ ਨੂੰ ਆਸ ਹੁੰਦੀ ਹੈ ਕਿ ਪੁੱਤਰ ਵੱਡਾ ਹੋ ਕੇ ਹੁਣ ਸਾਡੀ ਪ੍ਰਤਪਾਲਨਾ ਕਰੇ। ਅਸੀਂ ਬਹੁਤ ਕਮਾਈ ਕਰਕੇ ਇਹਨੂੰ ਪਾਲਿਆ ਹੈ, ਹੁਣ ਇਹ ਸਾਡਾ ਸਾਥ ਦੇਵੇ, ਬੁਢੇਪੇ ਵਿੱਚ ਸਾਡੀ ਮਦਦ ਕਰੇ। ਤਾਂ ਹੁਣ ਬਾਬਾ ਕਲਿਆਣ ਜੀ ਕਹਿ ਰਹੇ ਨੇ ਕਿ ਇਹ ਗੁਰੂ ਨਾਨਕ, ਹੁਣ ਅਸੀਂ ਥੱਕ ਗਏ ਹਾਂ ਕਮਾਈਆਂ ਕਰ ਕਰਕੇ, ਹੁਣ ਤੁਸੀਂ ਕਿਰਪਾ ਕਰੋ, ਸਾਨੂੰ ਆਰਾਮ ਦੇਵੋ ਅਤੇ ਆਪ ਹੁਣ ਤੁਸੀਂ ਕੁਝ ਨਾ ਕੁਝ ਕੰਮ ਧੰਦਾ ਸੰਭੋ, ਕੋਈ ਸੰਸਾਰ ਵਿਵਹਾਰ ਦਾ ਕੰਮ ਕਰੋ। ਸਰਬ ਸਦਨ ਕੋ ਕਾਰ ਚਲਾਵੋ। ਸਾਰੇ ਘਰ ਦੀ ਜਿਹੜੀ ਕਾਰ ਵਿਹਾਰ ਹੈ, ਜੋ ਵੀ ਘਰ ਵਿੱਚ ਕੰਮ ਧੰਦਾ ਹੈ, ਜਿਤਨਾ ਵੀ ਕੁਛ ਘਰ ਵਿੱਚ ਕੋਈ ਕੰਮ ਧੰਦਾ ਹੈ, ਸਾਰਾ ਹੁਣ ਤੁਸੀਂ ਸੰਭੋ। ਭਾਵ ਆਏ ਗਏ ਦੀ ਪੁੱਛ ਪੜਤਾਲ। ਐਸਾ ਕੋਈ ਜੇਕਰ ਕੋਈ ਘਰ ਵਿੱਚ ਮਹਿਮਾਨ ਆ ਜਾਏ, ਹੁਣ ਤੁਸੀਂ ਹੀ ਪੁੱਛਣਾ। ਫਿਰ ਕੋਈ ਸਮਾਨ ਲਿਆਉਣਾ ਹੈ, ਸੌਦਾਗਰੀ ਕਰਨੀ ਹੈ, ਫਿਰ ਵੀ ਹੁਣ ਤੁਹਾਡਾ ਹੀ ਇਹ, ਤੁਹਾਡੀ ਅਸੀਂ ਡਿਊਟੀ ਲਗਾ ਦਿੰਦੇ ਹਾਂ। ਹੁਣ ਸਾਨੂੰ ਆਰਾਮ ਦੇ ਪੁੱਤਰ, ਬਹੁਤ ਅਸੀਂ ਕਮਾ ਲਿਆ ਹੈ, ਹੁਣ ਥੱਕ ਗਏ ਹਾਂ, ਬੁਢੇਪੇ ਨੇ ਸਾਨੂੰ ਜਕੜ ਲਿਆ। ਨਿਜ ਪੁਰ ਬਸਹੁ ਬੈਸ ਸੁਖ ਪਾਵਹੁ। ਹੁਣ ਪੁੱਤਰ ਜੀ ਕਿਧਰੇ ਜਾਣ ਦਾ ਨਾਮ ਨਾ ਲਵੋ, ਸਗੋਂ ਆਪਦੇ ਘਰ ਵਿੱਚ ਪਿੰਡ ਵਿੱਚ ਵਸੋ, ਪਿੰਡ ਦੇ ਜੀਵਾਂ ਨੂੰ ਤਾਰੋ ਨਾ ਕਰਕੇ ਹੁਣ ਤੁਸੀਂ ਕਿਤੇ ਬਾਹਰ ਨਾ ਚਲੇ ਜਾਇਓ, ਸਗੋਂ ਇੱਥੇ ਹੀ ਘਰ ਵਿੱਚ ਰਹਿੰਦਿਆਂ ਹੋਇਆਂ ਗ੍ਰਹਿਸਥ ਮਾਰਗ ਅਪਣਾ ਕੇ ਰੱਖੋ। ਨਾਲੇ ਪਰਿਵਾਰ ਖੁਸ਼ੀ ਅਤੇ ਨਾਲੇ ਫਿਰ ਤੁਸੀਂ ਵੀ ਖੁਸ਼ ਰਹੋਗੇ। ਐਸਾ ਹੁਣ ਤੁਸੀਂ ਵਿਵਹਾਰ ਬਣਾਵੋ, ਰਹੀਏ ਹਮਰੀ ਦ੍ਰਿਸ਼ਟੀ ਅਗਾਰੀ। ਅਤੇ ਨਾਲੇ ਸਾਡੇ ਕੋਲ ਰਿਹਾ ਕਰੋ, ਨਾ ਸਾਨੂੰ ਕੋਈ ਚਿੰਤਾ। ਖੌਰੇ ਪਹਿਲੇ ਅਸੀਂ ਸੋਚ ਕੇ ਹੀ ਅੱਧੇ 'ਤੇ ਗਮ ਵਿੱਚ ਸੁੱਕ ਗਏ ਹਾਂ। ਸੋਚਦੇ ਸੀ ਪਤਾ ਨਹੀਂ ਸਾਡਾ ਪੁੱਤਰ ਵਾਪਸ ਵੀ ਆਏਗਾ ਕਿ ਨਹੀਂ ਆਏਗਾ। ਹੁਣ ਸਾਨੂੰ ਚੈਨ ਆਇਆ ਹੈ, ਹੁਣ ਸਾਨੂੰ ਸੁੱਖ ਦੇ ਸਾਹ ਆ ਰਹੇ ਨੇ, ਅਤੇ ਹੁਣ ਕਿਰਪਾ ਕਰੋ, ਹੁਣ ਨਾ ਕਿਧਰੇ ਬਾਹਰ ਜਾਵੋ, ਸਗੋਂ ਘਰ ਵਿੱਚ ਹੀ ਰਹਿ ਕੇ ਆਪ ਦਾ ਕੰਮ ਧੰਦਾ ਕਰੋ। ਕਰ ਪ੍ਰਤਿਪਾਲ ਸਭ ਹਿਨ ਹਿਤ ਲਾਈ। ਸਗੋਂ ਸਾਰਾ ਹੀ ਸੁਖੀ ਰਹਿ ਤਬ ਪਿਖ ਮਹਿਤਾਰੀ। ਹਾਂ ਪੁੱਤਰ ਜੀ, ਇੱਕ ਤੁਹਾਨੂੰ ਹੋਰ ਗੱਲ ਦੱਸ ਦਿੰਦੇ ਹਾਂ ਕਿ ਨਾਲੇ ਤਾਂ ਮੈਂ ਜਿਹੜੀ ਤੁਹਾਨੂੰ ਗੱਲ ਆਖਦਾ ਹਾਂ, ਇੱਕ ਤਾਂ ਉਹ ਗੱਲ ਤੁਸੀਂ ਪੱਲੇ ਬੰਨ੍ਹ ਲਓ, ਦੂਸਰਾ ਤੁਹਾਡੀ ਮਾਂ ਦਾ ਤੁਹਾਡੇ ਤੋਂ ਬਿਨਾਂ ਦਿਲ ਨਹੀਂ ਲੱਗਦਾ ਹੈ। ਇਸ ਵਾਸਤੇ ਉਹਦੇ ਬਾਰੇ ਵੀ ਸੋਚ ਲਓ। ਉਹ ਤਾਂ ਵਿਚਾਰੀ ਤੁਹਾਡੇ ਤੋਂ ਬਿਨਾਂ ਸੁੱਕ ਗਈ ਹੈ। ਹੁਣ ਮਾਂ ਨੂੰ ਖੁਸ਼ ਕਰਨ ਵਾਸਤੇ ਅਤੇ ਤੁਸੀਂ ਹੁਣ ਘਰੋਂ ਨਾ ਬਾਹਰ ਜਾਇਓ। ਹੁਣ ਬਾਕੀ ਕੰਮ ਧੰਦੇ ਜਿਹੜੇ ਤੁਸੀਂ ਸੋਚਦੇ ਹੋ, ਜੀਵਾਂ ਨੂੰ ਤਾਰਨਾ ਜਾਂ ਐਸਾ ਕੁਝ ਵਿਵਹਾਰ ਤੁਸੀਂ ਧਾਰਿਆ, ਉਸ ਬਾਰੇ ਹੁਣ ਖਿਆਲ ਨਾ ਕਰਿਓ ਭੁੱਲ ਕੇ ਵੀ। ਜੋ ਅਸੀਂ ਆਖਦੇ ਹਾਂ ਉਹ ਚੁੱਪ ਕਰਕੇ ਕਰੋ। ਭੁੱਲ ਕੇ ਵੀ ਕਿਧਰੇ ਹੁਣ ਬਾਹਰ ਜਾਣ ਦਾ ਨਾਮ ਨਾ ਲਿਓ। ਨਿਜ ਸੁਤ ਇਸਤਰੀ ਲਿਓ ਮੰਗਾਈ। ਅਤੇ ਆਪਦੇ ਪੁੱਤਰ, ਜੋ ਤੁਹਾਡੇ ਪੁੱਤਰ ਨੇ ਲਖਮੀ ਚੰਦ ਅਤੇ ਤੁਹਾਡੀ ਘਰਵਾਲੀ ਸੁਲੱਖਣੀ, ਜੋ ਕਿ ਤੁਹਾਡੇ ਸਹੁਰੇ ਬੈਠੇ ਨੇ, ਪੇਕੇ ਘਰ ਬੈਠੀ ਹੈ ਤੁਹਾਡੀ ਘਰਵਾਲੀ, ਨਾਲ ਹੀ ਆਪ ਦਾ ਪੁੱਤਰ ਲੈ ਕੇ ਗਈ ਹੈ। ਕਿਉਂਕਿ ਬਾਬਾ ਸ਼੍ਰੀ ਚੰਦ ਇਹਨੂੰ ਤਾਂ ਬੇਬੇ ਨਾਨਕੀ ਨੇ ਨਾਲ ਰੱਖ ਲਿਆ ਸੀ ਉੱਥੇ ਹੀ ਸੁਲਤਾਨਪੁਰ ਲੋਧੀ, ਪਰ ਛੋਟੇ ਸਪੁੱਤਰ ਜਿਹੜੇ ਲਖਮੀ ਚੰਦ ਜੀ ਹੈ, ਇਹਨਾਂ ਨੂੰ ਮਾਤਾ ਸੁਲੱਖਣੀ ਜੀ ਨਾਲ ਲੈ ਗਏ ਸੀ। ਅਤੇ ਬਾਬਾ ਕਲਿਆਣ ਦਾਸ ਕਹਿੰਦੇ ਹੈ ਕਿ ਇਹ ਨਾਨਕ ਜੀ, ਹੁਣ ਤੁਸੀਂ ਆਪਦੇ ਘਰ ਵਾਲੀ ਅਤੇ ਬੱਚਿਆਂ ਨੂੰ ਆਪਦੇ ਘਰ ਲੈ ਆਵੋ।
ਕਰ ਪ੍ਰਤਿਪਾਲ ਸਭਨ ਹਿਤ ਲਾਈ। ਤੇ ਸਾਰਿਆਂ ਦੀ ਪ੍ਰਤਿਪਾਲਨਾ ਹੁਣ ਤੁਸੀਂ ਕਰੋ, ਪਾਲਣ ਪੋਸ਼ਣ ਕਰੋ ਬੱਚਿਆਂ ਨੂੰ, ਚੰਗੀ ਸਿੱਖਿਆ ਚੰਗੇ ਸੰਸਕਾਰ ਬਖਸ਼ੋ, ਤਾਂ ਕਰਕੇ ਉਹ ਵੀ ਬਹੁਤ ਜ਼ਿਆਦਾ ਧਨ ਕਮਾਉਣ। ਕਿਉਂਕਿ ਬਾਪ ਦੀ ਤਾਂ ਉਹੀ ਇੱਛਾ ਹੈ ਨਾ ਜੋ ਉਹਨਾਂ ਨੇ ਆਪ ਸਾਰੀ ਜ਼ਿੰਦਗੀ ਵਿੱਚ ਕੀਤਾ ਹੈ, ਉਹ ਹੁਣ ਸਤਿਗੁਰੂ ਨਾਨਕ ਦੇਵ ਜੀ ਨੂੰ ਸਿੱਖਿਆ ਦੇ ਰਹੇ ਨੇ। ਅਤੇ ਉਹ ਸਿੱਖਿਆ ਹੁਣ ਕਹਿੰਦੇ ਵੀ ਤੁਸੀਂ ਆਪਦੇ ਪੁੱਤਰਾਂ ਨੂੰ ਵੀ ਦਿਓ। ਪਰ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਉਹ ਵੀ ਸੁਣੋ, ਵਿਛੜੇ ਹੈ ਸੋ ਕਿਤ ਕਿਤ ਥਾਨਾ। ਬਾਪ ਕਲਿਆਣ ਦਾਸ ਕਹਿੰਦੇ ਵੀ ਦੇਖ ਲੈ ਪੁੱਤਰ, ਜਦੋਂ ਤੂੰ ਗਿਆ ਹੈ ਨਾ, ਉਦੋਂ ਤੋਂ ਤੇਰੇ ਸਹੁਰੇ ਮੂਲ ਚੰਦ ਅਤੇ ਚੰਦੋ ਰਾਣੀ ਉਹਨਾਂ ਨੇ ਮੱਲੋ ਜੋਰੀ ਕਰਕੇ ਆਪਦੀ ਪੁੱਤਰੀ ਸੁਲੱਖਣੀ ਨੂੰ ਲੈ ਗਏ ਸੀ। ਅਤੇ ਅਸੀਂ ਕਿਹਾ ਵੀ ਸੀ ਵੀ ਚਲੋ ਸਾਡਾ ਪੁੱਤਰ ਬਾਹਰ ਹੈ, ਚਲੋ ਇਹ ਤਾਂ ਉਹਨਾਂ ਦੀ ਨਿਸ਼ਾਨੀ ਹੈ, ਇਹ ਤਾਂ ਰਹਿਣ ਦਿਓ ਇੱਥੇ। ਪਰ ਉਹ ਮੰਨੇ ਨਾ, ਉਹ ਮੱਲੋ ਜੋਰੀ ਕਰਕੇ ਆਪਦੀ ਪੁੱਤਰੀ ਅਤੇ ਨਾਲ ਹੀ ਉਹਨਾਂ ਦੇ ਜਿਹੜੇ ਦੋਹਤੇ ਲੱਗਦੇ ਨੇ ਉਹ ਵੀ ਨਾਲ ਹੀ ਲੈ ਗਏ। ਅਤੇ ਹੁਣ ਅਸੀਂ ਸੋਚਦੇ ਹਾਂ ਵੀ ਉਹਨਾਂ ਨੂੰ ਤੁਸੀਂ ਲੈ ਆਓ ਕਹਿ ਕਹਾ ਕੇ, ਉਦੋਂ ਤੋਂ ਉਹ ਵੀ ਵਿਚਾਰੇ ਇੱਥੇ ਨਹੀਂ ਆਏ ਹੈ। ਦੇਖ ਲਓ ਕਿੰਨੇ ਸਾਲ ਹੋ ਗਏ ਨੇ। ਉਹ ਵੀ ਹੁਣ ਕਿਤੇ ਵੱਡਾ ਸਪੁੱਤਰ ਤੁਹਾਡਾ ਸੁਲਤਾਨਪੁਰ ਹੈ, ਛੋਟਾ ਜਿਹੜਾ ਹੈ ਇਹ ਪੱਖੋ ਕੇ ਰੰਧਾਵੇ ਵਿਖੇ ਰਹਿ ਰਿਹਾ ਹੈ। ਦੇਖੋ ਕਿਵੇਂ ਵਿਛੜੇ ਹੋਏ ਹੈ, ਕਿਵੇਂ ਖੰਡਿਆ ਹੋਇਆ ਤੁਹਾਡਾ ਪਰਿਵਾਰ। ਹੁਣ ਤੁਸੀਂ ਇਸ ਤਰ੍ਹਾਂ ਕਰੋ, ਮੇਰੀ ਰਾਏ ਤਾਂ ਇਹ ਹੈ ਕਿ ਸਾਰਿਆਂ ਨੂੰ ਇਕਜੁੱਟ ਕਰ ਲਈਏ, ਸਾਰੇ ਹੁਣ ਇਕੱਠੇ ਮਿਲ ਕੇ ਰਹੀਏ, ਨਾਲੇ ਪਰਿਵਾਰ ਵਾਧਾ ਹੁੰਦਾ ਹੈ, ਨਾਲੇ ਫਿਰ ਸੁੱਖ ਦੁੱਖ ਵਿੱਚ ਸਹਾਇਤਾ ਕਰਦੇ ਨੇ। ਇਹ ਮੇਰੀ ਰਾਏ ਹੈ ਪੁੱਤਰ, ਜੇ ਤੁਸੀਂ ਮੰਨਦੇ ਹੋ ਤਾਂ। ਤੁਝ ਬਹੀਨ ਰਹੀ ਦੁਖਵਾਨਾ। ਇਹ ਪੁੱਤਰ ਤੁਸੀਂ ਸਾਰਿਆਂ ਦੇ ਮੁਖੀ ਉਹਨਾਂ ਦੇ, ਅਤੇ ਜੇ ਤੁਸੀਂ ਸੋਚਦੇ ਹੋ ਵੀ ਮੈਂ ਉਹਨਾਂ ਨੂੰ ਨਾ ਲੈ ਕੇ ਆਵਾਂ, ਉਹ ਤੁਹਾਡੇ ਤੋਂ ਬਿਨਾਂ ਵਿਚਾਰੇ ਦੁਖੀ ਹੈ। ਕਿਉਂਕਿ ਉਹਨਾਂ ਦੀ ਪ੍ਰਤਿਪਾਲਨਾ ਕਰਨ ਵਾਲਾ ਹੁਣ ਲੜਕੀ ਕਿੰਨਾ ਚਿਰ ਆਪਦੇ ਪੇਕੇ ਰਹਿ ਸਕਦੀ ਹੈ, ਅਕਸਰ ਉਹਨੂੰ ਜਾਣਾ ਹੀ ਪਵੇਗਾ ਨਾ ਆਪਦੇ ਸਹੁਰੇ ਫਿਰ ਵਾਪਸ। ਤਾਂ ਕਹਿੰਦੇ ਹੈ ਵੀ ਉਹ ਵਿਚਾਰੇ ਤਾਂ ਤੁਹਾਡੇ ਕਰਕੇ ਹੀ ਖਰਚਾ ਪਾਣੀ ਕਰ ਸਕਦੇ ਹੈ, ਸਗੋਂ ਉਹਨਾਂ ਦਾ ਬਾਪ ਵੀ ਸੋਚਦਾ ਹੋਏਗਾ ਵੀ ਕਿਹੋ ਜਿਹਾ ਪੁੱਤਰ ਹੈ ਉਹਨਾਂ ਦਾ, ਵੀ ਜਿਹਨੇ ਵਿਆਹ ਕਰ ਲਿਆ ਮੁੜ ਕੇ ਲੈਣ ਹੀ ਨਾ ਆਇਆ, ਫਕੀਰ ਹੀ ਬਣ ਗਿਆ। ਉਹ ਪਛਤਾਤਾਪ ਕਰਦਾ ਹੋਏਗਾ। ਅਤੇ ਤੁਸੀਂ ਇਹ ਮੇਰੀ ਗੱਲ ਮੰਨੋ ਅਤੇ ਆਪਦੇ ਘਰ ਵਾਲੀ ਆਪਦੇ ਬੱਚਿਆਂ ਨੂੰ ਘਰ ਲੈ ਆਵੋ। ਇਸ ਬਿਧ ਕੇ ਸੁਣ ਕੇ ਬਚ ਤਾਤਾ। ਇਹੋ ਜਿਹੇ ਬਚਨ ਸੁਣ ਕੇ ਨਾ, ਬਾਪ ਦੇ ਇਹੋ ਜਿਹੇ ਅਨੂਠੇ ਬਚਨ ਸੁਣ ਕੇ ਤਾਂ ਸਤਿਗੁਰੂ ਨਾਨਕ ਦੇਵ ਬੋਲੇ, ਪ੍ਰਭੂ ਗਿਆਨ ਸੁਖ ਦਾਤਾ। ਗਿਆਨ ਦੇ ਜਿਹੜੇ ਦਾਤੇ ਹੈ, ਸੁੱਖਾਂ ਦੇ ਦਾਤੇ ਸਤਿਗੁਰੂ ਨਾਨਕ ਦੇਵ ਜੀ ਹੁਣ ਬਾਪ ਨੂੰ ਆਖਦੇ, ਸੁਣ ਪਿਤ ਇਹ ਮਤ ਨੌਕ ਨਿਆਈ। ਇਹ ਪਿਤਾ ਜੀ, ਇਹ ਜਿਹੜੀ ਸਾਡੀ ਮੱਤ ਹੈ ਨਾ, ਬੁੱਧੀ ਹੈ, ਇਹ ਬੇੜੀ ਦੀ ਨਿਆਈ ਹੈ, ਨੌਕਾ ਦੀ ਨਿਆਈ ਹੈ, ਜਾਂ ਹੋਰ ਕਹਿ ਦਈਏ ਨਾਵ ਦੀ ਨਿਆਈ ਹੈ। ਇਹ ਸਾਡੀ ਬੁੱਧੀ ਜਿਹੜੀ ਹੈ ਨਾ, ਇਹ ਮੰਨ ਲਓ ਸੰਸਾਰ ਤੇ ਇੱਕ ਸੰਸਾਰ ਰੂਪੀ ਨਦੀ 'ਤੇ ਇਹ ਬੇੜੀ ਚੱਲ ਰਹੀ ਹੈ। ਅਤੇ ਤੁਹਾਨੂੰ ਦੱਸਦਾ ਹਾਂ, ਦਰਬ ਮੋਹ ਜਲ ਸਰਦਾ ਧਾਈ। ਇਹ ਜਿਹੜੀ ਬੇੜੀ ਹੈ ਨਾ ਬੁੱਧੀ, ਇਹ ਕਿੱਥੇ ਸਵਾਰ ਹੋ ਰਹੀ ਹੈ, ਕਿੱਥੇ ਚੱਲਦੀ ਪਈ ਹੈ? ਜਿੱਥੇ ਪੈਸੇ ਨੇ ਫਿਰ ਮੋਹ ਹੈ। ਇਹ ਨਦੀ ਹੈ, ਇਸ ਨਦੀ ਵਿੱਚੋਂ ਇਹ ਬੇੜੀ ਲੰਘਦੀ ਪਈ ਹੈ। ਪਰਿਵਾਰ ਸੰਬੰਧੀਆਂ ਵਿੱਚੋਂ ਇਹ ਬੁੱਧੀ ਲੰਘਦੀ ਪਈ ਹੈ। ਸਾਡੀ ਸਮਝ ਇਸ ਪਰਿਵਾਰ ਵਿੱਚ ਲੰਘਦੀ ਪਈ ਹੈ, ਇਸ ਬੇੜੀ ਇਹਦੇ ਵਿੱਚੋਂ। ਪਰ ਜੇਕਰ ਮਨੁੱਖ ਸੋਚੇ ਵੀ ਹੁਣ ਇਹ ਨਦੀ ਵਿੱਚ ਹੀ ਮੈਂ ਰਹਾਂ, ਨਦੀ ਤੋਂ ਪਾਰ ਵੀ ਜਾਣਾ ਹੈ ਨਾ। ਇਹ ਪਰਿਵਾਰ ਇਹ ਪੜਾਅ ਹੈ, ਔਰ ਪੜਾਅ ਤੋਂ ਅਗਲਾ ਵੀ ਸੋਚਣਾ ਹੈ ਨਾ। ਦੇ ਲੰਮੀ ਨਜ਼ਰ ਨਿਹਾਲੀ ਹੈ, ਲੰਮਾ ਸੋਚ। ਇਹ ਵੀ ਇਹਦੇ ਵਿੱਚ ਵੀ ਤੂੰ ਰਹਿ, ਇਹਦੇ ਤੋਂ ਤੈਨੂੰ ਪਰਹੇਜ਼ ਨਹੀਂ ਕਰਾਉਂਦੇ ਹਾਂ। ਪਰ ਕਹਿ ਰਹੇ ਸਤਿਗੁਰੂ ਜੀ, ਕਹਿਣ ਲੱਗੇ ਬਾਪ ਜੀ ਇਹ ਦੇਖੋ, ਇਹ ਬੁੱਧੀ ਇੱਕ ਨਾਮ ਦੀ ਨਿਆਈ ਹੈ। ਅਤੇ ਫਿਰ ਦੱਸਦੇ ਹਾਂ, ਜੇ ਨੌਕਾ ਮਹਿ ਜਲ ਪਰ ਜਾਵੇ। ਅਤੇ ਕਹਿਣ ਲੱਗੇ ਜੇ ਮੰਨ ਲਓ ਬੇੜੀ ਦੇ ਵਿੱਚ ਪਾਣੀ ਪੈ ਜਾਏ ਅਤੇ ਬੇੜੀ ਚੱਲ ਸਕਦੀ ਹੈ। ਦੱਸਦੇ ਹਨ, ਤਤਛਿਨ ਆਪਣੇ ਬੀਚ ਡੁਬਾਵੇ। ਉਸੇ ਵੇਲੇ ਜਿਹੜੀ ਬੇੜੀ ਹੈ ਨਾ ਡੁੱਬ ਜਾਏਗੀ, ਕਿਉਂਕਿ ਬੇੜੀ ਉਨਾ ਚਿਰ ਹੀ ਚੱਲੇਗੀ ਜਿੰਨਾ ਚਿਰ ਪਾਣੀ ਉਹਦੇ ਵਿੱਚ ਨਹੀਂ ਪੈ ਰਿਹਾ ਹੈ। ਜਦੋਂ ਪਾਣੀ ਵਿੱਚ ਪੈਣ ਲੱਗ ਪਿਆ ਹੈ, ਬੇੜੀ ਹੌਲੀ ਹੌਲੀ ਕਰਕੇ ਹੇਠਾਂ ਨੂੰ ਚਲੇ ਜਾਏਗੀ। ਜਦੋਂ ਪੂਰਾ ਪਾਣੀ ਭਰ ਗਿਆ ਅਤੇ ਗੱਲ ਖਤਮ। ਆਹ ਕਈ ਵਾਰੀ ਦੇਖੀਦਾ ਹੈ, ਗਲਾਸ ਪਾ ਦਈਦਾ ਹੈ ਜਿਹਦੇ ਪਾਣੀ ਵਿੱਚ, ਜਿੰਨਾ ਚਿਰ ਤਾਂ ਉਹਦਾ ਮੂੰਹ ਸਿੱਧਾ ਹੈ ਉਹਨਾਂ ਚਿਰ ਤਾਂ ਉਹ ਖੜਾ ਹੈ, ਇਸ ਤਰ੍ਹਾਂ ਡੁੱਬਦਾ ਨਹੀਂ। ਪਰ ਜਦੋਂ ਪਾਣੀ ਵਿੱਚ ਪੈ ਜਾਂਦਾ, ਉਸ ਵੇਲੇ ਉਹ ਨਾਲ ਹੀ ਪਲਟ ਜਾਂਦਾ ਹੈ।
ਬੇੜੀ ਦੀ ਵੀ ਇਹ ਹਾਲਤ ਹੈ, ਜੇ ਪਾਣੀ ਪੈ ਗਿਆ ਤੇ ਫਿਰ ਦੱਸਦੇ ਨੇ ਵੀ ਬੇੜੀ ਡੁੱਬ ਜਾਂਦੀ ਹੈ ਨਾ। ਜਿਸ ਤਰ੍ਹਾਂ ਚਲੋ ਜਿਹੜਾ ਸੰਸਾਰ ਵਿਵਹਾਰ ਹੈ ਇਹ ਵੀ ਪਰਮੇਸ਼ਰ ਦਾ ਬਣਾਇਆ ਹੋਇਆ ਹੈ, ਇਸ ਦਾ ਨਿਸ਼ੇਧ ਨਹੀਂ, ਪਰ ਜੇਕਰ ਬੰਦੇ ਦੀ ਬੁੱਧੀ ਸੋਚ ਇੱਕ ਮੋਹ ਦੇ ਵਿੱਚ ਹੀ ਫਸ ਕੇ ਰਹਿ ਗਈ ਹੈ। ਤੁਸੀਂ ਦੇਖਦੇ ਹੋ ਸ਼ਰੀਕਾਪਨ ਕਿਉਂ ਆਇਆ ਸੰਸਾਰ ਵਿੱਚ? ਇਹ ਸ਼ਰੀਕਪੁਣਾ ਤਾਂ ਹੀ ਆਇਆ ਹੈ ਕਿ ਬੰਦੇ ਨੂੰ ਆਪ ਦਾ ਪਰਿਵਾਰ ਚੰਗਾ ਲੱਗਦਾ ਤੇ ਭਾਵੇਂ ਨਾਲ ਭਰਾ ਦਾ ਹੀ ਪਰਿਵਾਰ ਹੋਏ ਹਾਂ ਉਹ ਨਹੀਂ ਚੰਗਾ ਲੱਗੇਗਾ, ਕਿਉਂਕਿ ਮੋਹ ਆਪਣਿਆਂ ਨਾਲ ਹੈ ਨਾ, ਉਹ ਬੇਗਾਨੇ ਲੱਗਦੇ ਹੈ। ਅਤੇ ਸ਼ਰੀਕਪੁਣਾ ਕਿੰਨਾ ਕਰਦੇ ਹੈ, ਇੱਥੋਂ ਤੱਕ ਕਿ ਖੂਨ ਦੇ ਪਿਆਸੇ ਹੋ ਜਾਂਦੇ ਹੈ ਸਿਰਫ ਮੋਹ ਦੇ ਕਰਕੇ। ਤਾਂ ਕਹਿੰਦੇ ਵੀ ਜੇ ਕਿਸੇ ਦੀ ਬੁੱਧੀ ਵਿੱਚ ਹੀ ਇਹ ਹੁਣ ਮੋਹ ਰੂਪੀ ਪਾਣੀ ਆ ਜਾਏ ਤੇ ਫਿਰ ਇਹ ਬੇੜੀ ਚੱਲ ਸਕਦੀ ਹੈ, ਉੱਥੇ ਡੁੱਬ ਜਾਏਗੀ, ਪਲਟ ਜਾਏਗੀ, ਫਿਰ ਉਹਦਾ ਦਾਇਰਾ ਉੱਥੇ ਰਹਿ ਜਾਏਗਾ, ਵਿਸ਼ਾਲ ਨਹੀਂ ਹੋ ਸਕਦਾ ਹੈ। ਇਹ ਪਿਤਾ ਜੀ ਤੁਹਾਨੂੰ ਦੱਸਦੇ ਹਾਂ, ਸਤਿਗੁਰ ਕੇਵਟ ਮਿਲੇ ਜੇ ਆਈ। ਜੇ ਕਿਧਰੇ ਭਾਗਾਂ ਨਾਲ ਸ਼ੁਭ ਕਰਮਾਂ ਕਰਕੇ, ਕੇਵਟ ਨਾਮ ਹੁੰਦਾ ਮਲਾਹ ਦਾ, ਜੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਜੇ ਪਰਮੇਸ਼ਰ ਸਰੂਪ ਵਾਹਿਗੁਰੂ ਦਾ ਸਰਗਣ ਸਰੂਪ ਸਤਿਗੁਰੂ ਆ ਕੇ ਜੇ ਕਿਧਰੇ ਜੀਵ ਨੂੰ ਮਿਲ ਪੈਂਦੇ ਆ ਨਾ, ਉਹ ਫਿਰ ਗਿਆਨ ਹਾਸਲ ਕਰਾ ਦਿੰਦੇ ਹੈ। ਸੋ ਜਿਹੜੇ ਮਲਾਹ ਦੇ ਸਮਾਨ ਹੈ, ਕਿਉਂਕਿ ਹੁਣ ਇਕੱਲੇ ਸਾਨੂੰ ਤਾਂ ਨਾ ਤੈਰਨਾ ਹੁੰਦਾ ਹੈ, ਨਾ ਤਾਂ ਸਾਨੂੰ ਬੇੜੀ ਆਪ ਖੁਦ ਚਲਾਉਣੀ ਆਉਂਦੀ ਹੈ, ਪਰ ਮਲਾਹ ਨੂੰ ਸਾਰਾ ਪਤਾ ਹੈ। ਕਹਿਣ ਲੱਗੇ ਸਤਿਗੁਰੂ ਜੇਕਰ ਮਲਾਹ ਦੀ ਨਿਆਈ ਆ ਕੇ ਮਿਲ ਜਾਂਦੇ ਹੈ ਮਨੁੱਖ ਨੂੰ, ਮਤ ਨੌਕਾ ਪਰ ਹੋਵੇ ਚੁਕਸਾਈ, ਫਿਰ ਬੰਦਾ ਨਹੀਂ ਡੋਲਦਾ ਹੈ, ਫਿਰ ਚੌਕਸੀ ਵਰਤਦਾ ਹੈ। ਹੁਣ ਗੁਰੂ ਸਾਹਿਬ ਨੇ ਜੋ ਸਾਨੂੰ ਰੋਜ਼ ਰੋਜ਼ ਉਪਦੇਸ਼ ਦਿੰਦੇ ਹੈ, ਇਹ ਚੌਕਸੀ ਕਰਾਉਂਦੇ ਆ, ਸਾਨੂੰ ਦੱਸਦੇ ਹੈ ਕਿ ਮੋਹ ਵਿੱਚ ਨਹੀਂ ਫਸਣਾ, ਕਾਮ ਵਿੱਚ ਗੁਲਤਾਨ ਨਹੀਂ ਹੋਣਾ, ਕ੍ਰੋਧ ਨਹੀਂ ਕਰਨਾ, ਹੰਕਾਰ ਤੋਂ ਬਚਣਾ ਹੈ, ਇਸੇ ਤਰ੍ਹਾਂ ਲੋਭ ਨਹੀਂ ਕਰਨਾ ਹੈ ਪਦਾਰਥਾਂ ਦਾ। ਜੇ ਲੋਭ ਕਰਨਾ ਹੈ, ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਜੇ ਲੁੱਟਣਾ ਹੀ ਹੈ ਤੇ ਰਾਮ ਰਾਮ ਲੁੱਟ, ਇਹ ਵਾਹਿਗੁਰੂ ਦਾ ਨਾਮ ਲੁੱਟ, ਤੇਰੇ ਵਾਸਤੇ ਇਸ ਤੋਂ ਕੋਈ ਅਮੋਲਕ ਖਜ਼ਾਨਾ ਨਹੀਂ ਲੱਭੇਗਾ। ਪਰ ਸਾਡੀ ਇਹ ਤੰਗ ਦਿਲੀ ਹੈ, ਜਿੰਨਾ ਚਿਰ ਮਨੁੱਖ ਨੂੰ ਗਿਆਨ ਨਹੀਂ ਉਹਨਾਂ ਚਿਰ ਕੀਮਤੀ ਵਸਤੂ ਵੀ ਇੱਕ ਫਜ਼ੂਲ ਲੱਗਦੀ ਹੈ। ਇੱਕ ਹੀਰਾ ਹੈ, ਜਿੰਨਾ ਚਿਰ ਦੀ ਪਛਾਣ ਨਹੀਂ ਹੈ, ਉਹ ਹੀਰਾ ਬਿਲਕੁਲ ਇੱਕ ਕੱਚ ਦੀ ਨਿਆਈ ਲੱਗੇਗਾ। ਜਦੋਂ ਕਿਸੇ ਨੇ ਆਣ ਕੇ ਦੱਸਿਆ ਵੀ ਭਲਿਆ ਤੇਰੇ ਕੋਲ ਤਾਂ ਹੀਰਾ ਹੈ, ਉਹ ਫਿਰ ਸੋਚ ਕੇ ਉਹਦੀ ਕੀ ਹੈਰਾਨੀ ਇਹ ਦੱਸ ਨਹੀਂ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਗੁਰੂ ਨਾਨਕ ਸਾਹਿਬ ਜੀ ਹੈ, ਕੋਈ ਵੀ ਸਤਿਗੁਰੂ ਹੈ, ਕਿਉਂਕਿ ਵੱਖ ਵੱਖ ਮਤਾਂ ਦੇ ਵੱਖ ਵੱਖ ਹਿਸਾਬ ਨੇ, ਪਰ ਸਤਿਗੁਰੂ ਇੱਕ ਹੀ ਹੁੰਦਾ ਹੈ। ਇਸ ਚੱਕਰ 'ਚ ਨਾ ਪੈਣਾ ਹੈ। ਸਿੱਖਿਆ ਵੱਖ ਵੱਖ ਹੋ ਸਕਦੀ ਹੈ, ਕਿਸੇ ਦੇ ਸਿਧਾਂਤ ਰਸਤੇ ਵੱਖ ਵੱਖ ਹੋ ਸਕਦੇ ਹੈ। ਕੋਈ ਇੱਧਰੋਂ ਚਲੇ ਜਾਏ, ਕੋਈ ਬਟਾਲੇ ਵੱਲੋਂ ਚਲੇ ਜਾਏ, ਰਸਤਾ ਤਾਂ ਅੰਮ੍ਰਿਤਸਰ ਦਾ ਉੱਥੇ ਹੀ ਆ ਕੇ ਅਪਣਾਏਗਾ ਨਾ। ਰਸਤੇ ਵੱਖ ਵੱਖ ਹੋ ਸਕਦੇ ਨੇ, ਪਰ ਮੰਜ਼ਿਲ ਨਹੀਂ ਵੱਖ ਵੱਖ ਹੈ। ਗੁਰੂ ਦੀ ਅਵਸਥਾ ਨਹੀਂ ਵੱਖ ਵੱਖ ਹੁੰਦੀ ਹੈ, ਠੀਕ ਹੈ, ਸੁਭਾਅ ਵੱਖ ਵੱਖ ਹੁੰਦੇ ਹੈ। ਕੋਈ ਗੁਰੂ ਕਰੜਾ ਹੁੰਦਾ ਹੈ, ਕੋਈ ਗੁਰੂ ਜਿਹੜੇ ਆ ਪ੍ਰੇਮ ਨਾਲ ਸਮਝਾਉਂਦੇ ਹੈ। ਪਰ ਇਹ ਗੱਲ ਤਾਂ ਪੱਕੀ ਹੈ ਵੀ ਗੁਰੂ ਦੇ ਅੰਦਰ ਨਹੀਂ ਕਠੋਰਤਾ ਹੁੰਦੀ ਹੈ, ਗੁਰੂ ਦੇ ਬਾਹਰੋਂ ਵਿਵਹਾਰ ਵਿੱਚ ਹੋ ਸਕਦਾ ਹੈ ਕਿ ਗੁਰੂ ਝਿੜਕਦੇ ਹੋਣ। ਪਰ ਤਾਂ ਹੀ ਉਹ ਸਤਿਗੁਰਾਂ ਨੇ ਕਈ ਤਰ੍ਹਾਂ ਦੇ ਪ੍ਰਮਾਣ ਸਾਨੂੰ ਬਖਸ਼ੇ ਹੈ। ਕਿਧਰੇ ਕਹਿ ਰਹੇ ਨੇ ਕਿ ਮਿੱਠ ਬੋਲੜਾ ਜੀ ਕੌੜਾ ਬੋਲ ਨਾ ਜਾਣਨਾ, ਉਹ ਵਾਹਿਗੁਰੂ ਮਿੱਠਾ ਬੋਲਦੇ ਨੇ। ਕਿਧਰੇ ਕਹਿ ਰਹੇ ਨੇ ਜੇ ਗੁਰ ਝਿੜਕੇ ਤਾਂ ਮੀਠਾ ਲੱਗਾ, ਜੇ ਗੁਰੂ ਝਿੜਕਦਾ ਹੈ ਉਹਨੂੰ ਮਿੱਠਾ ਕਰਕੇ ਮੰਨ। ਜੇ ਅਧਿਆਪਕ ਬੱਚੇ ਨੂੰ ਝਿੜਕਦਾ ਹੈ ਅਤੇ ਬੱਚਾ ਗੁੱਸਾ ਕਰਕੇ ਸਕੂਲ ਹੀ ਨਾ ਜਾਏ, ਆਖੇ ਮੈਂ ਹੁਣ ਜਾਣਾ ਹੀ ਨਹੀਂ ਹੈ, ਫਿਰ ਕੀ ਪੜ੍ਹੇਗਾ? ਚਲੋ ਰਹੋ ਵਿਚਾਰ, ਸਕੂਲਾਂ ਵਿੱਚ ਤਾਂ ਅੱਜ ਕੱਲ੍ਹ ਉਹ ਗੱਲ ਬਣ ਹੀ ਨਹੀਂ ਰਹੀ। ਵੈਸੇ ਤਾਂ ਆਪਾਂ ਵੈਸੇ ਕਿਸੇ ਕੋਲੋਂ ਪੜ੍ਹਦੇ ਹਾਂ, ਅਤੇ ਜੇ ਸਾਨੂੰ ਥੋੜ੍ਹਾ ਝਿੜਕੇ, ਕਿਸੇ ਗੱਲ ਤੋਂ ਸਾਨੂੰ ਮਨਾ ਕਰੇ, ਅਸੀਂ ਅੱਗੋਂ ਨਾਲ ਸਵਾਲ ਜਵਾਬ ਕਰੀਏ, ਆਖੇ ਮੈਂ ਨਹੀਂ ਮੰਨਣਾ ਹੈ, ਗੁਰੂ ਦਾ ਤਾਂ ਕੁਛ ਨਹੀਂ ਜਾਏਗਾ। ਪਰ ਉਹ ਜਿਹੜਾ ਸਿਖਿਆਰਥੀ ਹੈ ਉਹ ਜ਼ਰੂਰ ਆਪਦੀ ਵਿੱਦਿਆ ਖਵਾ ਬੈਠੇਗਾ। ਐਸਾ ਹੀ ਗੁਰੂ ਦਾ ਸੁਭਾਅ ਹੈ। ਜਿਹੜੇ ਸਤਿਗੁਰੂ ਹੈ ਇਹ ਮਲਾਹ ਦੀ ਨਿਆਈ ਹੈ। ਸੁਣੋ ਅੱਗੇ, ਮੋਹ ਦਰਬ ਤੇ ਊਰਦ ਚਲਾਵੈ, ਮੋਹ ਅਤੇ ਧਨ ਪਦਾਰਥ ਇਹਨਾਂ ਦੇ ਵਿੱਚ ਰਹਿੰਦਿਆਂ ਹੋਇਆਂ, ਕਿਉਂਕਿ ਬੇੜੀ ਹੈ ਨਾ, ਬੇੜੀ ਪਾਣੀ ਵਿੱਚ ਰਹਿੰਦੀ ਹੈ। ਪਰ ਜਿਹੜੇ ਸਤਿਗੁਰੂ ਹੈ ਮਲਾਹ ਦੀ ਨਿਆਈ ਹੈ, ਮੋਹ ਵਿੱਚ ਰਹਿੰਦਿਆਂ ਹੋਇਆਂ ਵੀ, ਇਹ ਨਦੀ ਵਿੱਚ ਰਹਿੰਦਿਆਂ ਹੋਇਆਂ ਵੀ ਨਦੀ ਤੋਂ ਤਾਂ ਕਰਕੇ ਰੱਖਦੇ ਹੈ। ਮਲਾਹ ਨੂੰ ਪਤਾ ਹੈ ਵੀ ਜੇ ਮੈਂ ਪਾਣੀ ਵਿੱਚ ਪਵਾ ਦਿੱਤਾ ਤਾਂ ਫਿਰ ਬੇੜੀ ਡੁੱਬੇਗੀ। ਪਰ ਮਲਾਹ ਸਿਆਣਾ ਹੈ, ਗੁਰੂ ਸੂਝਵਾਨ ਹੈ, ਸਮਰੱਥ ਹੈ,
ਉਹਨਾਂ ਨੂੰ ਪਤਾ ਹੈ ਕਿ ਜੇ ਸਿੱਖ ਨੂੰ ਬਹੁਤਾ ਹੀ ਮਾਇਆ ਵਿੱਚ ਗੁਲਤਾਨ ਕਰ ਦਿੱਤਾ ਤਾਂ ਸਿੱਖ ਡੁੱਬ ਜਾਏਗਾ। ਇਸ ਵਾਸਤੇ ਕਈ ਵਾਰ ਸਾਡੀਆਂ ਕਾਮਨਾ ਬਹੁਤ ਪ੍ਰਬਲ ਹੁੰਦੀਆਂ ਨੇ ਅਤੇ ਜ਼ਰੂਰੀ ਨਹੀਂ ਉਹ ਪੂਰੀਆਂ ਹੁੰਦੀਆਂ ਨੇ, ਕਈ ਵਾਰ ਨਹੀਂ ਵੀ ਪੂਰੀਆਂ ਹੁੰਦੀਆਂ। ਉਹਦਾ ਕਾਰਨ ਇਹ ਹੈ ਕਿ ਗੁਰੂ ਸਿਆਣੇ ਹੈ, ਅਸੀਂ ਅਣਜਾਣ ਹਾਂ, ਸਾਨੂੰ ਤਾਂ ਨਹੀਂ ਸਮਝ ਹੈ, ਪਰ ਗੁਰੂ ਨੂੰ ਬੋਧ ਹੈ ਵੀ ਜੇ ਇਹਦੀ ਇਹ ਵੀ ਕਾਮਨਾ ਪੂਰੀ ਕਰ ਦਿੱਤੀ, ਸਾਰੀਆਂ ਕਾਮਨਾ ਪੂਰੀਆਂ ਕਰ ਦਿੱਤੀਆਂ, ਇਹ ਤਾਂ ਗਰਕ ਹੋ ਜਾਏਗਾ, ਇਹਦੀ ਬੁੱਧੀ ਮਲੀਨ ਹੋ ਜਾਏਗੀ, ਫਿਰ ਇਹ ਡੁੱਬ ਜਾਏਗਾ। ਇਸ ਵਾਸਤੇ ਗੁਰੂ ਹਮੇਸ਼ਾ ਸਿੱਖ ਨੂੰ ਬਚਾ ਕੇ ਰੱਖਦੇ ਹਨ। ਖੇਵਨ ਕਰ ਹੈ ਗਿਆਨ ਸੁਣਾਵੈ। ਅਤੇ ਵਾਹਿਗੁਰੂ ਸੱਚੇ ਪਾਤਸ਼ਾਹ ਜਿਹੜੇ ਗੁਰੂ ਸਰੂਪ ਹੈ, ਉਹ ਚੱਪੂ ਦੀ ਨਿਆਈ ਗਿਆਨ ਦਿੰਦੇ ਹੈ। ਜਿਵੇਂ ਚੱਪੂ ਚਲਾਉਂਦੇ ਆ ਨਾ, ਬੇੜੀ ਜਿਹੜੀ ਚੱਪੂ ਤੋਂ ਬਿਨਾਂ ਤਾਂ ਨਹੀਂ ਚੱਲੇਗੀ, ਉਹਦੇ ਨਾਲ ਦੋਵੇਂ ਬੰਨੇ ਚੱਪੂ ਮਾਰੋਗੇ ਅਤੇ ਫਿਰ ਹੀ ਉਹ ਬੇੜੀ ਅੱਗੇ ਚੱਲੇਗੀ। ਕੋਈ ਸੋਚੇ ਵੀ ਮੈਂ ਚੱਪੂ ਮਾਰਾ ਹੀ ਨਾ। ਵੈਸੇ ਕੋਈ ਗੁਰੂ ਦਾ ਸਿੱਖ ਬਣ ਜੇ, ਰੋਜ਼ ਗੁਰੂਦੁਆਰੇ ਵੀ ਆਉਂਦਾ ਹੋਏ, ਮੱਥਾ ਟੇਕ ਕੇ ਚਲੇ ਜਾਏ, ਨਾ ਗੁਰੂ ਦੀ ਸੁਣੇ ਨਾ ਸੁਣਾਵੇ, ਉਹਦੀ ਹਾਲਤ ਉਹੋ ਜਿਹੀ ਹੈ ਵੀ ਬੇੜੀ ਤਾਂ ਉਹਨੇ ਪਾ ਲਈ ਹੈ ਹੁਣ ਪਾਣੀ ਦੇ ਵਿੱਚ, ਹੁਣ ਚੱਪੂ ਨਹੀਂ ਮਾਰਦਾ ਪਿਆ ਅਤੇ ਡੁੱਬਣਾ ਹੀ ਆ ਉਹਨੇ। ਫਿਰ ਗੁਰੂਦੁਆਰੇ ਆਉਣਾ ਅਤੇ ਗੁਰੂ ਦਾ ਹੁਕਮਨਾਮਾ ਸੁਣਨਾ, ਗੁਰੂ ਦੀ ਬਾਣੀ ਸੁਣਨੀ, ਕੀਰਤਨ ਸੁਣਨਾ, ਕਥਾ ਸੁਣਨੀ, ਇਹ ਚੱਪੂ ਦੀ ਨਿਆਈ ਹੈ। ਸੇਵਾ ਕਰਨੀ ਇਹ ਚੱਪੂ ਦੀ ਨਿਆਈ ਹੈ। ਇਹ ਚੱਪੂ ਮਾਰ ਰਹੇ ਹਾਂ। ਜਿੰਨਾ ਚਿਰ ਸੇਵਾ ਹੈ, ਸਿਮਰਨ ਹੈ, ਉਹਨਾਂ ਚਿਰ ਡੁੱਬਦਾ ਨਹੀਂ। ਜਿੱਦਣ ਡੁੱਬਿਆ ਸਭ ਤੋਂ ਪਹਿਲਾਂ ਨਿਤਨੇਮ ਖੁੱਸੇਗਾ, ਅੰਮ੍ਰਿਤ ਵੇਲਾ ਖੁੱਸੇਗਾ, ਦੂਸਰਾ ਫਿਰ ਗੁਰੂ ਘਰੋਂ ਆਉਣਾ ਛੁੱਟੇਗਾ। ਇਹ ਮਨੁੱਖ ਦੇ ਸੁਭਾਅ ਨੇ, ਲੱਛਣ ਨੇ ਡੁੱਬਣ ਦੇ। ਫਿਰ ਉਹ ਕਹੇਗਾ ਗੁਰੂ ਘਰ ਕੀ ਹੈ। ਜਿਵੇਂ ਕਈ ਵਾਰ ਦਾਸ ਨੂੰ ਇਹੋ ਜਿਹੇ ਮਿਲ ਪੈਂਦੇ ਹੈ, ਉਹ ਪਹਿਲਾਂ ਤਾਂ ਬੜੇ ਨਿਤਨੇਮੀ ਸਨ, ਪਰ ਕੁਝ ਜਿਵੇਂ ਸੰਸਾ ਉੱਠ ਜਾਂਦਾ ਨਾ ਬੰਦੇ ਨੂੰ, ਫਿਰ ਐਸੇ ਡੋਲਦੇ, ਐਸੇ ਡਿੱਗਦੇ, ਆਪ ਤਾਂ ਡਿੱਗੇ ਹੈ, ਫਿਰ ਹੋਰਨਾਂ ਨੂੰ ਡਿੱਗਣ ਦੇ ਯਤਨ ਕਰਦੇ ਹੈ। ਉਹ ਕਈ ਵਾਰ ਇਹੋ ਜਿਹੇ ਮਿਲ ਪੈਂਦੇ, ਉਹ ਆਖਦੇ ਆ ਅਖੇ ਜਿਹੜੀਆਂ ਮਰਿਆਦਾ ਬੜੀਆਂ ਬਣ ਗਈਆਂ ਨੇ ਹੁਣ, ਅਤੇ ਸਿੱਖ ਕੀ ਕਰੇ, ਸਿੱਖ ਨੂੰ ਤਾਂ ਪਤਾ ਨਹੀਂ ਲੱਗਦਾ ਕਿਵੇਂ ਕਰੇ। ਮੈਂ ਉਹਨਾਂ ਨੂੰ ਆਖਦਾ ਹੁੰਦਾ ਵੀ ਤੁਹਾਨੂੰ ਜਿਹੜੀ ਚੰਗੀ ਲੱਗਦੀ ਨਾ ਉਹ ਬਣਾ ਲਓ, ਸਾਰੀਆਂ ਗੁਰੂ ਦੀਆਂ ਮਰਿਆਦਾ ਨੇ। ਉਹ ਉਹਨਾਂ ਦਾ ਬਹਾਨਾ ਹੁੰਦਾ ਵੀ ਸਾਨੂੰ ਆਖੇ ਵੀ ਤੁਸੀਂ ਕੋਈ ਵੀ ਨਾ ਕਰੋ, ਅਤੇ ਅਸੀਂ ਕਿਉਂ ਕਹੀਏ। ਇਹ ਤੁਹਾਡਾ ਮਨ ਹੈ, ਤੁਹਾਡਾ ਚਿੱਤ ਕਰਦਾ ਹੈ ਗੁਰੂ ਨੂੰ ਅਪਣਾਉਣੇ ਦਾ, ਅਪਣਾਓ, ਕਿਉਂਕਿ ਕੋਈ ਧੱਕੇ ਨਾਲ ਗੁਰੂ ਨੂੰ ਅਪਣਾ ਨਹੀਂ ਸਕਦਾ ਹੈ। ਅਤੇ ਸਤਿਗੁਰੂ ਕਹਿੰਦੇ ਕਿ ਜਿਹੜੇ ਪਰਮੇਸ਼ਰ ਸਰੂਪ ਵਾਹਿਗੁਰੂ ਹੈ, ਜਾਂ ਸਤਿਗੁਰੂ ਨੇ, ਗੁਰੂ ਨਾਨਕ ਦੇਵ ਕਹਿ ਰਹੇ ਨੇ ਵੀ ਉਹ ਗਿਆਨ ਸਰੂਪ ਚੱਪੂ ਜਿਹੜੇ ਮਾਰਦੇ ਹਨ, ਆਤਮ ਲਖਨੋਂ ਪਾਰ ਕਿਨਾਰਾ। ਅਤੇ ਜਿੱਦਣ ਆਤਮਾ ਦਾ ਗਿਆਨ ਹੋ ਗਿਆ, ਆਤਮਾ ਕੀ ਹੈ, ਜਿਹੜੇ ਮਨ ਬਾਣੀ ਸਰੀਰ ਤੋਂ ਪਰੇ ਹੈ, ਜਿਹੜੇ ਇੰਦਰੀਆਂ ਤੋਂ, ਮਨ ਬੁੱਧ ਚਿੱਤ ਹੰਕਾਰ ਤੋਂ ਪਰੇ ਜਿਹੜੀ ਇੱਕ ਅਵਸਥਾ ਹੈ, ਭਾਵ ਕਿ ਜਿੱਥੇ ਨਾ ਰੋਣਾ ਹੈ, ਨਾ ਹੱਸਣਾ ਹੈ, ਨਾ ਕੁਛ ਗਵਾਚਾ ਹੈ, ਨਾ ਕੁਝ ਲੱਭਾ ਹੈ, ਨਾ ਸਮਾਂ ਲੰਘਦਾ ਪਿਆ ਹੈ, ਨਾ ਸਮਾਂ ਟਿਕਿਆ ਹੋਇਆ। ਇੱਕ ਇਹੋ ਜਿਹੀ ਅਵਸਥਾ ਜਿੱਥੇ ਨਾ ਚੱਲਣਾ ਪੈਂਦਾ ਹੈ, ਜਿਸ ਬਾਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਵੀ ਉਹ ਅਵਸਥਾ ਇਹੋ ਜਿਹੀ ਹੈ, ਉੱਥੇ ਨਾ ਕੋਈ ਦੁੱਖ ਹੈ, ਬਿਲਕੁਲ ਆਨੰਦ ਹੈ। ਇੱਕ ਇਹੋ ਜਿਹਾ ਸੁੱਖ ਜੋ ਬਿਆਨ ਨਹੀਂ ਹੋ ਸਕਦਾ। ਜਦੋਂ ਕਹਿਣ ਲੱਗੇ ਆਤਮਾ ਦਾ ਗਿਆਨ ਗੁਰੂ ਕਰਾ ਦਿੰਦੇ ਹੈ, ਉਹਨਾਂ ਚਿਰ ਗੁਰੂ ਸਾਹਿਬ ਚੱਪੂ ਮਾਰਦੇ ਰਹਿੰਦੇ ਹੈ, ਗਿਆਨ ਵਰਗੀਆਂ ਐਸੋ ਜਿਹੀਆਂ ਸਿੱਖਿਆ ਦਿੰਦੇ ਰਹਿੰਦੇ ਹੈ। ਸਿੱਖ ਨੂੰ ਕਈ ਤਰ੍ਹਾਂ ਦੇ ਨਾਲ ਕਟਾਕਸ਼ ਕਰਕੇ, ਕਈ ਤਰ੍ਹਾਂ ਦੇ ਨਾਲ ਉਹਨੂੰ ਸਮਝਾਉਂਦੇ ਨੇ, ਕਈ ਵਾਰ ਉਹਨੂੰ ਝਿੜਕ ਕੇ, ਕਈ ਵਾਰ ਪਲੋਸ ਕੇ ਪ੍ਰੇਮ ਨਾਲ, ਕਈ ਵਾਰ ਦਬਕਾ ਮਾਰ ਕੇ। ਜਦੋਂ ਕੋਈ ਸਾਨੂੰ ਝਿੜਕਦਾ ਹੈ, ਸਮਝਣਾ ਚਾਹੀਏ, ਜਦੋਂ ਕੋਈ ਚੰਗੀ ਗੱਲ ਵਾਸਤੇ ਸਾਨੂੰ ਝਿੜਕਦਾ ਹੈ, ਸਮਝਣਾ ਵੀ ਇਹ ਬੰਦਾ ਨਹੀਂ ਸਮਝਾ ਰਿਹਾ ਹੈ, ਇਹ ਵਾਹਿਗੁਰੂ ਮੈਨੂੰ ਰੋਕਦੇ ਪਏ ਨੇ। ਪਰ ਜੇ ਬੰਦਾ ਗੁੱਸਾ ਕਰਨ ਲੱਗ ਪਏ, ਵਾਹਿਗੁਰੂ ਨੂੰ ਨਾ ਜਾਣੇ, ਅਤੇ ਫਿਰ ਉਹਦੀ ਆਪਣੀ ਢਿੱਲ ਹੈ। ਗੁਰੂ ਹਮੇਸ਼ਾ ਕਈ ਵਾਰ ਬੰਦਿਆਂ ਵਿੱਚ ਵਰਤ ਕੇ ਹੀ ਸਮਝਾ ਦਿੰਦੇ ਹੈ। ਲਾਜ਼ਮੀ ਨਹੀਂ ਆ ਵੀ ਗੁਰੂ ਸਾਹਿਬ ਪ੍ਰਤੱਖ ਹੋ ਕੇ ਸਮਝਾਉਣ, ਕਿਉਂਕਿ ਗੁਰੂ ਸਾਹਿਬ ਜੀ ਦਾ ਸੁਭਾਅ ਹੈ, ਉਹਨਾਂ ਦੀ ਕੋਈ ਲੀਲਾ ਹੈ। ਕਈ ਵਾਰ ਸੁਪਨੇ ਵਿੱਚ ਸਮਝਾ ਦਿੰਦੇ ਨੇ, ਇਹੋ ਜਿਹੀਆਂ ਵਾਰਤਾਂ ਹੋ ਜਾਂਦੀਆਂ ਨੇ। ਤਾਂ ਗੁਰੂ ਸਾਹਿਬ ਉਹਨਾਂ ਚਿਰ ਸਮਝਾਉਂਦੇ ਆ ਜਿੰਨਾ ਚਿਰ ਸਿੱਖ ਮੰਜ਼ਿਲ 'ਤੇ ਪਹੁੰਚ ਨਹੀਂ ਜਾਂਦਾ ਹੈ, ਉਹਨਾਂ ਚਿਰ। ਜਿਵੇਂ ਤੁਸੀਂ ਦੇਖਦੇ ਹੋ ਹੁਣ ਮੇਲਾ ਆ ਰਿਹਾ ਹੈ ਸੰਗ ਦਾ, ਦੇਖੋ ਉੱਥੋਂ ਤੱਕ ਲੰਗਰ ਲੱਗੇ ਹੋਏ ਨੇ ਜਿੱਥੋਂ ਤੱਕ ਚੋਲਾ ਸਾਹਿਬ ਜੀ ਦਾ ਸਥਾਨ ਨਹੀਂ ਆ ਜਾਂਦਾ, ਉਸ ਤੋਂ ਅੱਗੇ ਤਾਂ ਨਹੀਂ ਕੋਈ ਲੱਗਾ ਹੈ। ਜਿੱਥੋਂ ਤੱਕ ਉਹ ਪੜਾਅ ਰਸਤੋਂ ਰਸਤੇ ਆ ਰਹੇ ਨੇ, ਪੜਾਅ ਹਰ ਇੱਕ ਪਿੰਡ ਵਿੱਚ, ਹਰ ਇੱਕ ਸ਼ਹਿਰ ਵਿੱਚ ਲੱਗੇ ਹੋਏ ਨੇ। ਉਹਨਾਂ ਚਿਰ ਉਹ ਜਿਹੜਾ ਕੋਈ ਰਾਹਗੀਰ ਆ ਰਿਹਾ ਹੈ, ਕੋਈ ਸੰਗਤ ਆ ਰਹੀ ਹੈ, ਉਹਨਾਂ ਨੂੰ ਖਾਣ ਪੀਣ ਵਾਸਤੇ ਸਾਰਾ ਪ੍ਰਬੰਧ ਕੀਤਾ ਹੈ।
पर जो मंजिल आ जाती है उस तो बाद तो कुछ नहीं है, उस पर फिर मत्था टेको तो गुरु साहब दीयां खुशियां लईए। इहो जिहा सुभाव गुरु का है। जिन्ना चिर मंजिल नहीं आउंदी है रस्ते विच हाँ, जग्यासूपना है साडे विच साधक हाँ, उन्ना चिर गुरु साहब कदे किसी कसवट्टी ते कदे प्रेम नाल कदे थोड़ा झिड़क के, ज़्यादा भी नहीं गुरु साहब झिड़कते है, थोड़ा जिहा। गुरु साहब का सुभाव बड़ा न्यारा है। गुरु साहब की तो गल ही की है, गुरु साहब के सिख ही इहो ਜਿਹੇ प्रेम वाले है। जिवें साडे उस्ताद सी दास जदों बहिते विखे पढ़दा सी तो साडे उस्ताद सी, पुराने सिख सी, 50 साल के करीबन टकसाल विच ही रहे सी। तो वो जदों गल्लां करदे सी संत ਗਿਆਨੀ करतार सिंह भिंडरां वालियां दी, तो वो जदों गल करदे उदों ही उन्हां दी अखां विचों जल आ जाया करना। पता नहीं कितनी बार देखा है, एक प्रेम हुंदा है ना, वो जदों याद आई उस वेले नेत्र गिले हो जाने शुरू है। उन्होंने दसी सी गल एक बार, कह लगे कि मैं जदों 10 कुछ सालां दी ना उदों ही टकसाल विच आया सी, ते कह लगे कि हुण टकसालां विच तां सेवा इहो हुंदी है कि प्रशादे पका लए, लंगर की सेवा कर ली, कुछ होर झाड़ू बौकर फेर दित्ती, जां संथਿਆ पढ़ ली पढ़ा ली, इहो सेवा हुंदी है। जां गुरु के दरबार विच सेवा लग गई। वो कह लगे कि छोटा सी मैं 10-12 साल का, तो मैं प्रशादे पकाउंदा सी, तो कह लगे मैनूं नींद आ गई, क्योंकि बच्चा है, बच्चे का तो दिमाग तो थोड़ी है, उन्होंने नहीं इन्ना बोझ है। आम जिहड़ा समझदार उन्होंने तो पता है कि मैं कदों सौना कदों जागना है, पर बच्चे वास्ते तो कोई इहो जी विशेष जगह नहीं है ना, जिथे नींद आई उत्थे डिग पे। इहो जी हालत हो जाती जो बच्चे बहुते थक जाण। ते कह लगे मैं रात सुता नहीं सी चंगी तरह, तो मैनूं उत्थे प्रशादे लाउंदिआं नींद आ गई, तो मैं नाल प्रशादे लावां तो नाले फिर ठौंके लगी जाण। तो कह लगे कि पिछों संत करतार सिंह जी आ गए, उन्होंने 2-3 मेरे छड्डियां आके, तो मैं बड़ा रोया। मेरे 2-3 प्राणियां भी मारियां, तो पर देखो ना फिर संतां दा सुभाव झिड़किया पहलां, रोए कहंदा मैं उस्ताद कहंदे भी मैं बड़ा रोया, तो पर हद हो गई जदों रात नूं हुण टकसाल दा मुखी है, तो देखो रात नूं कह लगे मैं सौण लगा जदों, तो रात नूं आए मेरे कमरे च, तो साडे उस्ताद जी का नाम सी भगत सिंह। कह लगे भगता साडे नाल नाराज तो नहीं हो गया किते, तो कह लगे मेरे अखां च जल आ गया भी मैं वेखो भी आम जिहा सिख है, एक ना मेरी कोई पुछ ना पड़ताल, मैनूं कोई जानदा नहीं, तो टकसाल का मुखी आके मैनूं आके इस तरह समझा रहे हैं। रोह विचार अजकल के मुखी तो चलो माया विच ही गरसे गए कहना चाहिए है, पर उन्हां गुरु के सिखां दा सुभाव यह सुन के साडे नूं कंडे खड़े हो जाते सी भी इहो जिहे सिख भी है। भी देखो एक तो बंदा आम है जिहदी कोई पुछ पड़ताल नहीं है, वो तो चलो किसी नाल चंगा वरते होर गल है, एक जिहदे कोल ताकत है प्रभुता है वो सारे नाल इक्को जिहा वरते यह मुश्किल है। तो गुरु साहब जी है वो सारे नाल एक समान वरतते हैं। कह लगे गुरु हमेशा समझाते हैं जिन्ना चिर आत्मा स्वरूप किनारा नहीं आ जाता, पहुँचै तह तब होए सुखारा। जदों मनुख नूं आपदी आत्मा का बोध हो जाता है, फिर चित्त शांत हो जाता है, हल्कापन आ जाता। नत इह जन्म मरण दुख पारी, जिन्ना चिर मनुख नूं ज्ञान नहीं हुंदा है, ज्ञान है कारण कर्म अभ्यास, ज्ञान भया तो कर्म है नाश। जिन्ना चिर ज्ञान नहीं है मनुख कर्म करी जाए, पूजा पाठ सिमरन भजन जो भी है शुभ कर्म सारे करे, पर जिदन ज्ञान हो गया उदन करने की जरूरत नहीं है, वो उस वास्ते कर रहे हैं सारा कुछ। तो कह लगे जो ज्ञान हो गया फिर तो नहीं कोई भज दौड़ रह जाती है, तो पर जिन्हों ज्ञान नहीं होया है समझ लेना हले जन्म मरण बाकी है, हले फिर जन्म धारना पएगा। जिदन ज्ञान हो गया फिर ना कश आए वो ना कश जाए वो, फिर कौन मरदा है कौन जिउंदा है। ब्रह्म ज्ञानी वास्ते ये कुछ चीज़ां नहीं महिमा रखदियां ने, आम मनुख वास्ते बड़ी भज दौड़ है, मौत तो डरदे हाँ, पर ब्रह्म ज्ञानी वास्ते कोई फर्क नहीं। वो तो इउं शरीर नूं त्यागदे है जिवें सप सकुंज छड्डदा है, उन्हां दे वास्ते शरीर की कोई अहमियत नहीं रह जाती बाद विच, क्योंकि बर्तन मिलिया है सानूं भोजन छकण वास्ते। भोजन छक लिया है, हुण बर्तन का की काम है, हुण उहनूं रख दो परे, कि हुण बर्तन नाल चुके फिरांगे, ऐसा तो नहीं है। शरीर मिलिया है सानूं प्रभु के गुण गावने वास्ते, आत्मा का बोध कराने वास्ते, पर जो हुण समझ आ गई है हुण शरीर नहीं। पर जिन्ना चिर समझ नहीं आई है उन्ना चिर तां इहदी बहुत ज़्यादा सांभ रखनी पएगी। रोज़ इहनूं चंगे तरीके नाल साज सवार के रख। सवारना की है,
ਐ ਨਹੀਂ ਹੈ ਕਿ ਇਹਨੂੰ ਇਸ ਕਦੇ ਕੇਸ ਬਣਾ ਲਏ, ਕਦੇ ਇਹੋ ਜਿਹਾ ਸਵਾਰਨਾ ਆਪਾਂ ਨਹੀਂ, ਬਲਕਿ ਇਹਨੂੰ ਹਮੇਸ਼ਾ ਦਰੁਸਤ ਕਰਕੇ ਰੱਖ, ਪ੍ਰਭੂ ਦੇ ਗੁਣ ਗਾ ਔਰ ਸਰੀਰ ਨੂੰ ਚੰਗੇ ਤਰੀਕੇ ਨਾਲ ਵਰਜਿਸ਼ ਦੇ ਲਿਆ। ਤਾਂ ਕਹਿਣ ਲੱਗੇ ਇਸ ਤਰ੍ਹਾਂ ਜਦੋਂ ਗਿਆਨ ਹੋ ਗਿਆ ਉਦੋਂ ਤਾਂ ਕੋਈ ਜਨਮ ਮਰਨ ਨਹੀਂ ਰਹਿ ਜਾਂਦਾ। ਆਏ ਜਾਏ ਜਗ ਵਾਰੰਵਾਰੀ, ਜਿਸ ਨੂੰ ਗਿਆਨ ਨਹੀਂ ਹੋਇਆ ਉਹ ਜਗਤ ਵਿੱਚ ਆਉਂਦਾ ਜਾਂਦਾ ਰਹਿੰਦਾ ਹਮੇਸ਼ਾ। ਅਸ ਕਹਿ ਕਿਰਪਾ ਦ੍ਰਿਸ਼ਟ ਅਵੇ ਲੋਕੀ, ਇੱਦਾਂ ਕਹਿੰਦਿਆਂ ਹੋਇਆਂ ਨਾ ਸਤਿਗੁਰੂ ਨਾਨਕ ਦੇਵ ਜੀ ਨੇ ਇੱਕ ਵਾਰ ਰੁੱਗ ਭਰ ਕੇ ਆਪ ਦੇ ਪਿਤਾ ਵੱਲ ਦੇਖਿਆ ਹੈ। ਬਾਬਾ ਕਲਿਆਣ ਦਾਸ ਨੂੰ ਜਦੋਂ ਦੇਖਿਆ ਹੈ ਪ੍ਰੇਮ ਦੇ ਨਾਲ, ਤਾਂ ਫਿਰ ਸੁਣੋ ਅੱਗੇ, ਪਿਤ ਕੇ ਉਰ ਤੇ ਮਾਇਆ ਰੋਕੀ। ਦੇਖੋ ਗੁਰੂ ਦਾ ਸੁਭਾਅ ਤਾਂ ਇਹੋ ਜਿਹਾ ਹੀ ਹੈ, ਜਦੋਂ ਚਾਹੇ ਉਦੋਂ ਮਾਇਆ ਰੋਕ ਸਕਦੇ ਹੈ, ਮਾਇਆ ਦਾ ਪ੍ਰਭਾਵ ਕਦੋਂ ਵੀ ਗੁਰੂ ਰੋਕ ਲੈਂਦੇ ਹੈ। ਕਹਿਣ ਲੱਗੇ ਕਿ ਬਾਬਾ ਕਲਿਆਣ ਦਾਸ ਬੜੇ ਕਾਹਲੇ ਪਏ ਨੇ ਕਿ ਪੁੱਤਰ ਤੁਸੀਂ ਮਾਇਆ ਨਹੀਂ ਕੋਈ ਕਮਾਉਂਦੇ ਹੋ, ਕੁਝ ਕਰਦੇ ਨਹੀਂ ਹੋ। ਇੱਕ ਵਾਰੀ ਉਹਦੇ ਵੱਲ ਦੇਖਿਆ ਟਿਕ ਲਗਾ ਕੇ, ਅਤੇ ਬਾਪ ਦੀ ਸਾਰੀ ਜਿਹੜੀ ਭੱਜ ਦੌੜ ਹੈ, ਸਾਰੀਆਂ ਮਨ ਦੀਆਂ ਇੱਛਾਵਾਂ ਜਿਹੜੀਆਂ ਚਿੰਤਾ ਪਈਆਂ ਸੀ ਵੀ ਪੁੱਤਰ ਸਾਡੇ ਘਰ ਨਲਾਇਕ ਜੰਮ ਪਿਆ, ਕੁਝ ਕਰਦਾ ਨਹੀਂ, ਕੋਈ ਕਮਾਉਂਦਾ ਖਾਂਦਾ ਨਹੀਂ, ਇਹੋ ਜਿਹੀਆਂ ਜਿਹੜੀਆਂ ਗੱਲਾਂ ਸੀ ਉਹ ਛਿਣ ਵਿੱਚ ਸਾਰੀਆਂ ਨਾਸ ਹੋ ਗਈਆਂ। ਤਤਛਿਨ ਗਿਆਤ ਹਿਰਦੇ ਮਹਿ ਆਈ, ਛੇਤੀ ਨਾਲ ਗਿਆਨ ਹੋ ਗਿਆ ਹੈ, ਸਮਝ ਆ ਗਈ ਹੈ ਕਿ ਇਹ ਸੰਸਾਰ ਮਿਥਿਆ, ਜਨ ਮਦ ਉਤਰ ਗਏ ਸੁਧ ਪਾਈ। ਮੰਨ ਲਓ ਕਿਸੇ ਬੰਦੇ ਨੇ ਸ਼ਰਾਬ ਪੀਤੀ ਹੈ ਜਾਂ ਕੋਈ ਹੋਰ ਨਸ਼ਾ ਕੀਤਾ ਹੈ, ਜਿੰਨਾ ਚਿਰ ਨਸ਼ਾ ਕੀਤਾ ਹੈ ਨਾ ਉਹਦੀਆਂ ਗੱਲਾਂ ਸੁਣ ਸੁਣ ਕੇ ਹਾਸਾ ਵੀ ਆਉਂਦਾ ਵੀ ਕਰਦਾ ਕੀ ਹੈ ਇਹ, ਕੋਈ ਸਮਝ ਨਹੀਂ ਲੱਗਦੀ ਹੈ, ਪਤਾ ਨਹੀਂ ਕੀ ਬੋਲੀ ਜਾਂਦਾ। ਪਰ ਜਦੋਂ ਨਸ਼ਾ ਉਤਰ ਜਾਂਦਾ ਉਹ ਬੰਦਾ ਆਪ ਵੀ ਸ਼ਰਮਿੰਦਾ ਹੁੰਦਾ ਵੀ ਮੈਂ ਕੀ ਬੋਲੀ ਜਾ ਰਿਹਾ ਸੀ। ਇਹੋ ਜਿਹੀ ਹਾਲਤ ਹੋਈ ਬਾਬੇ ਕਲਿਆਣ ਦਾਸ ਦੀ। ਹੁਣ ਮਾਇਆ ਦਾ ਨਸ਼ਾ ਉਤਰ ਗਿਆ ਹੈ ਅਤੇ ਹੁਣ ਬਾਬਾ ਕਲਿਆਣ ਦਾਸ ਜੀ ਨੂੰ ਸਮਝ ਆ ਗਈ ਹੈ ਵੀ ਇਹ ਜੀਵਨ ਬੜਾ ਅਮੋਲਕ ਹੈ, ਮੈਂ ਕਿਹੜੇ ਫਜ਼ੂਲ ਕੰਮਾਂ ਵਿੱਚ ਨੂੰ ਲੰਘਾ ਰਿਹਾ ਹਾਂ। ਹੁਣ ਸਮਝ ਆਈ, ਬੋਲਿਓ ਕਰਕੇ ਭਾਉ ਕਨੇਰਾ, ਹੱਥ ਜੋੜ ਕੇ ਅਤੇ ਪ੍ਰੇਮ ਨਾਲ ਬਾਬਾ ਕਲਿਆਣ ਦਾਸ ਆਖਣ ਲੱਗੇ, ਮੈਂ ਜਾਣਤ ਰਹਿਓ ਸੁਤ ਮੇਰਾ। ਐ ਸਤਿਗੁਰੂ ਗੁਰੂ ਨਾਨਕ ਦੇਵ ਜੀ, ਮੈਂ ਤੁਹਾਨੂੰ ਹਮੇਸ਼ਾ ਆਪ ਦਾ ਪੁੱਤਰ ਹੀ ਸਮਝ ਛੱਡਿਆ, ਮੈਂ ਤੁਹਾਨੂੰ ਕਦੇ ਵਾਸਤੇ ਪਰਮੇਸ਼ਰ ਨਾ ਜਾਣਿਆ। ਮੈਨੂੰ ਕਈ ਵਾਰ ਰਾਏ ਬਲਾਰ ਨੇ ਆਖਣਾ, ਕਈ ਵਾਰ ਮੇਰੀ ਪੁੱਤਰੀ ਨਾਨਕੀ ਨੇ ਵੀ ਆਖਿਆ ਸੀ, ਪਰ ਮੈਂ ਮੋਹ ਦੇ ਵਿੱਚ ਇੰਨਾ ਜਕੜਿਆ, ਤੁਹਾਨੂੰ ਪੁੱਤਰ ਹੀ ਸਮਝਦਾ ਰਿਹਾ, ਤੁਹਾਨੂੰ ਰੱਬ ਨਾ ਜਾਣ ਸਕਿਆ। ਅੱਜ ਸਮਝ ਆਈ ਹੈ ਮੇਰੇ ਤਾਈ, ਮਹਾਂਪੁਰਖ ਤੁਮ ਦੀਨ ਦਇਆਲਾ। ਇਹ ਤੁਸੀਂ ਤੇ ਮਹਾਂਪੁਰਖ ਸੀ, ਤੁਸੀਂ ਤੇ ਦੀਨਾਂ 'ਤੇ ਦਇਆ ਕਰਨ ਵਾਲੇ ਸੀ, ਮੇਰੇ 'ਤੇ ਕਿਰਪਾ ਕਰ ਦਿਓ। ਹੁਣ ਤੁਸੀਂ ਤੇ ਵੱਡੇ ਮਹਾਂਪੁਰਖ ਸੀ, ਮੈਂ ਭੁੱਲ ਗਿਆ ਸੀ। ਮੈਂ ਤੁਹਾਨੂੰ ਕਈ ਵਾਰ ਮੋਹ ਵਿੱਚ ਆਏ ਨੇ ਕੁੱਟਿਆ ਵੀ ਹੈ, ਤੁਹਾਨੂੰ ਮਾਰਿਆ ਵੀ ਹੈ, ਪਰ ਧੰਨ ਹੋ ਤੁਸੀਂ ਆਪਦੀ ਕੋਈ ਅਜ਼ਮਤ ਨਾ ਦਿਖਾਈ, ਮੈਨੂੰ ਕੋਈ ਸ਼ਕਤੀ ਨਾ ਦਿਖਾਈ ਹੈ। ਨਹੀਂ ਤਾਂ ਬੰਦੇ ਕੋਲ ਥੋੜ੍ਹੀ ਜਿਹੀ ਤਾਕਤ ਆਏ, ਕੋਈ ਸੱਤਾ ਦਾ ਨਸ਼ਾ ਹੋਏ, ਉਹਨੂੰ ਕੋਈ ਗਾਲ ਵੀ ਕੱਢ ਦੇ, ਉਸ ਵੇਲੇ ਕਹਿੰਦਾ ਕਰੋ ਇਹਨੂੰ ਅੰਦਰ, ਇਹਨੇ ਮੈਨੂੰ ਗਾਲ ਕੱਢੀ ਹੈ। ਪਰ ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਅਜਰ ਜਰਨ ਵਾਲੇ ਹੈ, ਜਿਹੜੀਆਂ ਨਾ ਜਰਨ ਵਾਲੀਆਂ ਸ਼ਕਤੀਆਂ ਨੇ ਉਹ ਵੀ ਜਰਨ ਵਾਲੇ ਪ੍ਰਭੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਹਨ। ਮੁਝ ਉਰ ਦੀਜੈ ਗਿਆਨ ਵਿਸਾਲਾ। ਸਤਿਗੁਰੂ ਜੀ ਇਹ ਤਾਂ ਮੈਨੂੰ ਸਮਝ ਲੱਗ ਗਈ ਹੈ ਵੀ ਜਿਹੜਾ ਸੰਸਾਰ ਹੈ ਇਹ ਸਾਰਥਕ ਨਹੀਂ ਹੈ, ਸੋ ਇਹਦੇ ਵਿੱਚ ਕਦੇ ਵੀ ਸਾਨੂੰ ਜਾਣਾ ਪੈ ਸਕਦਾ ਹੈ। ਪਰ ਹੁਣ ਦੱਸੋ ਪੂਰਨ ਸੱਚਾਈ ਕੀ ਹੈ, ਪੂਰਨ ਸਾਡਾ ਤੱਤ ਸਿਧਾਂਤ ਕੀ ਹੈ, ਜੀਵਨ ਵਿੱਚ ਆਉਣ ਦਾ ਮਤਲਬ ਕੀ ਹੈ ਸਾਡਾ, ਕਿਸ ਪ੍ਰਯੋਜਨ ਹਿਤ ਅਸੀਂ ਆਏ ਹਾਂ ਸੰਸਾਰ ਵਿੱਚ। ਤੁਸੀਂ ਦੱਸ ਦਿਓ ਕਿਰਪਾ ਕਰਕੇ। ਜੇ ਤੇ ਜਨਮ ਮਰਨ ਹੋਵੇ ਹਾਨਾ, ਜਿਸ ਤੋਂ ਸਾਡਾ ਜਨਮ ਮਰਨ ਦੋਨੋਂ ਕੱਟੇ ਜਾਣ, ਉਪਜੈ ਅਬਚਲ ਆਨੰਦ ਮਹਾਨਾ। ਜਿਸ ਕਰਕੇ ਸਾਡਾ ਮਨ ਸਦਾ ਵਾਸਤੇ ਟਿਕ ਜਾਏ, ਅਤੇ ਮਨ ਜਦੋਂ ਹੀ ਟਿਕਿਆ ਹੈ ਉਦੋਂ ਹੀ ਆਨੰਦ ਆਉਂਦਾ ਹੈ। ਜੇ ਤੁਸੀਂ ਨਹੀਂ ਸਮਝਦੇ ਤਾਂ ਇੱਕ ਉਦਾਹਰਣ ਦੇਖੋ, ਬੰਦੇ ਨੂੰ ਲੱਗੀ ਹੋਈ ਹੈ ਭੁੱਖ, ਹੁਣ ਬੰਦੇ ਦੀ ਸੋਚ ਵਿਚਾਰ ਵਿੱਚ ਸਿਰਫ ਪ੍ਰਸ਼ਾਦੇ ਦਿਸਦੇ ਪਏ ਨੇ, ਖਾਣ ਵਾਲੀਆਂ ਵਸਤਾਂ ਹੀ ਦਿਸਦੀਆਂ ਨੇ। ਇੱਕ ਬੰਦਾ ਘਰੋਂ ਕੁਝ ਨਹੀਂ ਖਾ ਕੇ ਗਿਆ ਹੈ, ਹੁਣ ਜਿੱਥੇ ਜਾ ਰਿਹਾ ਹੈ ਬਾਜ਼ਾਰ ਵਿੱਚ ਜਾ ਰਿਹਾ ਹੈ, ਉਹਨੂੰ ਹੁਣ ਕੋਈ ਬੰਦਾ ਨਹੀਂ ਦਿਸਦਾ ਪਿਆ, ਹੁਣ ਦੁਕਾਨਾਂ ਦਿਸਦੀਆਂ ਪਈਆਂ ਨੇ ਖਾਣ ਵਾਲੀਆਂ, ਵੀ ਕਿੱਥੋਂ ਕੁਛ ਖਾਣ ਵਾਸਤੇ ਮਿਲੇ, ਕਿਉਂਕਿ ਭੁੱਖ ਲੱਗ ਗਈ ਹੈ। ਪਿਆਸੇ ਨੂੰ ਕੁਛ ਨਹੀਂ ਦਿਸਦਾ ਹੈ, ਉਹਨੂੰ ਹਰ ਜਗ੍ਹਾ ਦੇਖਣ ਨੂੰ ਮਿਲਦਾ ਵੀ ਕਿਧਰੇ ਪਾਣੀ ਮਿਲ ਜਾਏ,
जिदन ज्ञान होया, कुछ समझ लगी जीवन की, उदन फिर इको लालसा रह जाएगी कि जिमें किमें होए मुक्त होया जाए, इन्हां बंधनों चों छुट जाइए। ये कई बार बंदा सोचता भी है। तुसीं देखिया बंदा जो निराश हो जाता है, अक्सर घर वालियां दी आपदे घर वाले नूं एक धमकी हुंदी है कि मैं मगरों नੱਥ जाना है तुहाडे, गल ही खत्म। वो क्यों, ये इस तरह क्यों कहने हाँ? यह बंदे नूं एक बारी तो हमेशा झंझोड़ पढ़ाउंदा ही आउंदा है। कोई बंदा इहो जिहा नहीं है जिहदा ये ख्याल ना होए कि मैं संसार छड्ड देना। एक बारी तो कदे ख्याल आ ही जाता है, क्योंकि दुख है। तां दसदे है भी जीवन का की प्रयोजन आने का, समझ दसो सानू कोई। तो सतगुरु सच्चे पातशाह जी दसते हैं तो कह लगे अवचल, ऐसी जिहड़ी अवचल पदवी है, ना चलन वाला। देखो बंदे नूं भुख लगी है तो जिन्ना चिर कुछ खादा नहीं ना उन्ना चिर मन शांत नहीं होना। हुण प्रशादा छकदे पए हाँ, देखो एक मन नूं शांति आ रही, एक चैन आ रहा है। ऐ समझ सकते हो तुसीं। हुण जिन्ना चिर प्रशादा छकदे पए आ, पेट नहीं भरिया है, उन्ना चिर एक आनंद, एक रस चोरिया है। तुसीं भावें जबान द्वारा देख लो, वो है आनंद है, पर यह देखना वो आनंद उन्ना चेर है जिन्ना चिर साडा मन टिकिया है। हुण जदों ही प्रशादा छक के थाल विहला कीता है, हुण इंद्रियां दा रस वख वख है। अखां चाहुंदियां ने पराया रूप देखना, अखां चाहुंदियां ने कुछ आकर्षितपन देखना, जबान चाहुंदी है कुछ खाना पीना, कोई रस चस, ਕੰਨ ਚਾਹੁੰਦੇ ਨੇ ਨਿੰਦਿਆ ਸੁਣਨਾ, कुछ किसी की निंदिया कर लीए, कुछ सुन लीए। नक चाहुंदे ने सुगंधी, और जिहड़ी कह दईए चमड़ी है ये स्पर्शपन चाहुंदी है। सो ये जिहड़ी चमड़ी है ये हमेशा नरम पुणे ते जाके आकर्षित हुंदी है। इस वास्ते कह लगे भी ये मन दीयां वक् वक् वासना ने, ते पर ये जकड़िया जाता है। जदन ये पूरा शांत हो गया, उदन आनंद की कोई सीमा नहीं रह जाती है। आनंद ऐसा कि जिहड़ा कदे खत्म ना होने वाला। ऐ पुत्र वो आनंद सानू किवें मिल सकदा? मैं हों कौन मोहे सुध नाही, मैं कौन हाँ। ऐ जदों बंदा सोचता है ना, अद्धी चिंता भी दूर हो जाती है। जदों बंदा मनो तनो हो के सोचे भी मैं है कौन हाँ, मैं संसार विच क्यों आया हाँ। बंदे की सारी जिंदगी लंघ जाती है, कदे नहीं सोचता भी मैं है कौन हाँ, सोचता ही नहीं कदे। जदों सोचिया है मैं कौन हाँ, क्योंकि शरीर मैं है नहीं। जे मैं शरीर हाँ फिर शरीर छुट्टन तो बाद की चले जाता विचों निकल के। मैं प्राण भी नहीं हाँ, क्योंकि प्राण अपने आप चलते पे है। मैं सौ भी जाना हाँ, श्वास फिर भी चलते हैं। मैं प्राण भी नहीं हाँ, मैं मन भी नहीं हाँ। जे कहिए मन हाँ, फिर क्यों कहने मेरा मन, क्योंकि मेरापन तो वखरा हो गया ना। जहाँ तक कहांगा मैं मन, कहने मेरा मन ही ठीक है, अज नहीं मेरा मन करता कुछ करनू, तो मेरा मन फिर इस तो सिद्ध होंदा भी मैं मन भी नहीं हाँ। फिर कौन हाँ मैं? ऐ जिदन साडे मन विच लालसा उठ गई मैं कौन हाँ, अद्धी चिंता बंदे की दूर हो जाती है। तो कह लगे बाप ने क्या कल्याण दास जी, ऐ नानक जी दसो मैनू मैं कौन हाँ, ते मेरा संसार विच क्यों आवागमन होया, मैनू कोई खबर नहीं है। रह हूँ हरख शोक को माही, ते जे मैं नहीं मैनू पता मैं कौन हाँ, फिर मैं क्यों अपनापन बेगानापन क्यों अपना लिया? क्यों मैनू इस तरह हुंदा है जदों कोई मेरे संबंधी नू कोई दुखी करता है, मेरा चित्त क्यों उदास हो जाता है? जदों कोई मेरी उस्तति करता है मैं क्यों खुश हो जाता हाँ? जदों कोई मेरी निंदिया करता है मैं क्यों उदों अपने आप नूं टुटिया टुटिया थकिया थकिया महसूस करता हाँ? ऐ पुत्र दसो मैं क्यों हरख करता हाँ, क्यों सोग विच जांदा हाँ? मैनू समझा दिओ। एक छिन मन चित होवत नाही, मैं देखदा हाँ कि सारी दिहाड़ी बंदा भावें किते बह भी जाए, आराम नाल टिक भी जाए, पर मन नहीं टिकदा। मन ते भजदा रहिंदा है। ये तो हमेशा सोचता है। कदे मन की जिहड़ी रफ्तार है ना, इहो जी रफ्तार किसी वस्तु की नहीं है, ना विज्ञान की समझ विच है। क्योंकि मन एक इहो जी सूक्ष्म अवस्था है जिसनों ना तो किसी माइक्रोस्कोप नाल देखा जा सकता है, किसी भी तरह मन को समझा नहीं जा सकता है। ये समझने वास्ते खुद बेखुद आप ही समझ चाहिए है।
ਤੇ ਐ ਸਤਿਗੁਰੂ ਨਾਨਕ ਦੇਵ ਜੀ ਮੇਰੇ ਤਾਈਂ ਦੱਸੋ ਮੈਂ ਕੌਣ ਹਾਂ, ਕਿਉਂ ਮੇਰਾ ਸੰਸਾਰ ਵਿੱਚ ਆਉਣਾ ਹੋਇਆ, ਕਿਉਂ ਦੁਖੀ ਸੁਖੀ ਹੁੰਦਾ ਹਾਂ। ਤੇ ਫਿਰ ਹੋਰ ਦੱਸੋ ਮਨ ਮੇਰਾ ਕਿਉਂ ਨਹੀਂ ਟਿਕਦਾ, ਵਿੱਚ ਰਹੇ ਰਾਗ ਦਵੈਕ ਕੇ ਮਾਹੀ। ਮੈਂ ਹਮੇਸ਼ਾ, ਰਾਗ ਨਾਮ ਹੁੰਦਾ ਮੋਹ ਦਾ, ਦਵੈਕ ਨਾਮ ਹੁੰਦਾ ਈਰਖਾ ਦਾ। ਦੋ ਹੀ ਦੁੱਖ ਨੇ ਮਨੁੱਖ ਦੀ ਸਾਰੀ ਜ਼ਿੰਦਗੀ ਵਿੱਚ। ਇੱਕ ਹੈ ਕਿ ਮੇਰੇ ਬੰਦੇ, ਇਹਨਾਂ ਨੂੰ ਦੁੱਖ ਕਿਉਂ ਆ ਗਿਆ, ਮੋਹ ਹੈ ਨਾ, ਮੋਹ ਦੇ ਕਰਕੇ ਬੰਦੇ ਨੂੰ ਜਿਸ ਚੀਜ਼ 'ਤੇ ਆਪਣਾਪਨ ਨਜ਼ਰ ਆ ਰਿਹਾ ਹੈ ਉਹਨਾਂ ਦਾ ਦੁੱਖ ਵੀ ਆਪਣਾ ਦੁੱਖ ਮੰਨਿਆ ਹੈ। ਇੱਥੋਂ ਤੱਕ ਕਿ ਜੇ ਸਮਝਦੇ ਹਾਂ ਅਸੀਂ, ਵਿਚਾਰਵਾਨ ਹੋਈਏ, ਸਮਝਦਾਰ ਹੋਈਏ, ਅਤੇ ਜੇਕਰ ਗਿਆਤ ਹੋਏ ਸਾਨੂੰ, ਦੇਖੀਏ ਸਰੀਰ 'ਤੇ ਅਸੀਂ ਹੈ ਨਹੀਂ ਹਾਂ, ਸਰੀਰ ਸਾਨੂੰ ਮਿਲਿਆ ਹੋਇਆ। ਕਦੇ ਬੰਦੇ ਦਾ ਘਰ ਥੋੜ੍ਹਾ ਜਿਹਾ ਟੁੱਟ ਜਾਏ ਅਤੇ ਬੰਦਾ ਰੋਈ ਜਾਏ, ਉਹਨੂੰ ਕੋਈ ਪੁੱਛੇ ਵੀ ਤੂੰ ਰੋ ਕਿਉਂ ਰਿਹਾ ਹਾਂ, ਕੀ ਕਹੇਗਾ? ਆਖੇ ਮੈਂ ਬੜੀ ਕੀਮਤ ਨਾਲ ਘਰ ਬਣਾਇਆ ਸੀ, ਉਹ ਹੁਣ ਟੁੱਟ ਗਿਆ ਤਾਂ ਰੋਂਦਾ ਹਾਂ। ਪਰ ਸਰੀਰ ਤਾਂ ਇਹੋ ਜਿਹਾ ਹੈ ਜਿਹਨੂੰ ਆਪਾਂ ਬਣਾਇਆ ਵੀ ਨਹੀਂ ਆ, ਪਰ ਥੋੜ੍ਹੀ ਜਿਹੀ ਚੋਟ ਲੱਗੀ ਹੈ, ਉਹ ਇੱਕ ਮੋਹ ਜਿਸ 'ਤੇ ਟਿਕਿਆ ਹੋਇਆ ਸਾਡਾ ਮਨ। ਇਹ ਸਰੀਰ ਨਾਲ ਸਾਡਾ ਇੰਨਾ ਸੰਬੰਧ ਜੁੜਿਆ ਹੋਇਆ, ਜਰਾ ਕੁ ਕੋਈ ਰਗੜ ਮਾਰ ਦੇ ਪੀੜ ਹੁੰਦੀ ਹੈ। ਔਰ ਸਮਝਣਾ ਪੀੜ ਸਾਨੂੰ ਨਹੀਂ ਹੁੰਦੀ ਹੈ, ਨਾ ਸਰੀਰ ਨੂੰ ਹੁੰਦੀ ਹੈ, ਉਹ ਮੋਹ ਨੂੰ ਚੋਟ ਵੱਜਦੀ ਹੈ। ਮੋਹ ਨੂੰ ਚੋਟ ਵੱਜਦੀ ਹੈ, ਬੰਦੇ ਦਾ ਕਾਂਬਾ ਛਿੜ ਜਾਂਦਾ ਹੈ। ਦੇਖੋ ਬੰਦੇ ਨੂੰ ਜੇ ਤੁਸੀਂ ਕਹਿੰਦੇ ਹੋ ਕਿ ਸਾਡਾ ਤਾਂ ਮੋਹ ਨਹੀਂ, ਬੰਦੇ ਕਈ ਕਹਿੰਦੇ ਆ ਕਿ ਸਾਡਾ ਮੋਹ ਨਹੀਂ ਹੈ, ਪਰ ਸਮਝਣਾ ਚਾਹੀਏ ਜੇ ਸਾਡਾ ਮੋਹ ਨਹੀਂ ਹੈ ਫਿਰ ਨਿੰਦਾ ਕਿਉਂ ਨਹੀਂ ਸਵੀਕਾਰ ਕਰਦੇ ਆਪਾਂ, ਨਿੰਦਾ ਕਿਉਂ ਨਹੀਂ ਸਾਡੇ ਕੋਲ ਜਰੀ ਜਾਂਦੀ? ਕਾਰਨ ਉਹਦੇ ਵਾਸਤੇ ਜਿਹਦੇ ਨਾਲ ਸਾਡਾ ਸੰਬੰਧ ਹੈ ਉਹਨੂੰ ਚੋਟ ਵੱਜਦੀ ਹੈ, ਉਹ ਮੋਹ ਨੂੰ ਚੋਟ ਵੱਜਦੀ ਹੈ। ਮੋਹ ਫਿਰ ਸਾਨੂੰ ਕਹਿੰਦਾ ਹੈ ਵੀ ਤੂੰ ਕੌਣ ਹੈ, ਕਹਿਣ ਵਾਲਾ ਸੁਣਨ ਵਾਲਾ, ਤੂੰ ਕਹਿੰਦਾ ਕਿਉਂ ਨਹੀਂ ਉਹਨੂੰ ਜਿਹੜਾ ਤੇਰੀ ਨਿੰਦਿਆ ਕਰਦਾ ਹੈ? ਫਿਰ ਬੰਦਾ ਆਪ ਦੇ ਰੋਹ ਵਿੱਚ ਆ ਜਾਂਦਾ ਹੈ। ਇਹ ਕਿਉਂ ਮੇਰੇ ਨਾਲ ਇਸ ਤਰ੍ਹਾਂ ਹੁੰਦਾ ਹੈ, ਮੈਂ ਦੁਖੀ ਹਾਂ, ਈਰਖਾ ਕਰਦਾ ਹਾਂ। ਈਰਖਾ ਕਾਹਦੇ ਲਈ? ਮੇਰੇ ਤੋਂ ਕੋਈ ਵੱਡਾ ਨਾ ਹੋ ਜਾਏ, ਮੇਰੇ ਤੋਂ ਕੋਈ ਅੱਗੇ ਨਾ ਚਲਾ ਜਾਏ। ਪਰ ਜੇ ਦੇਖੀਏ ਇਸ ਸੰਸਾਰ ਵਿੱਚ ਨਾ ਕੋਈ ਕਿਸੇ ਨਾਲੋਂ ਪਿੱਛੇ ਹੈ, ਨਾ ਕਿਸੇ ਨਾਲੋਂ ਅੱਗੇ ਹੈ। ਤੁਸੀਂ ਦੇਖੋ ਜਿੱਥੇ ਅਸੀਂ ਖੜ੍ਹੇ ਹਾਂ ਨਾ, ਸਾਡੇ ਤੋਂ ਪਿੱਛੇ ਵੀ ਬੜੇ ਨੇ। ਸਾਡੀ ਜ਼ਿੰਦਗੀ ਵਿੱਚ ਦੇਖੋ ਸਾਡੇ ਨੂੰ ਬੜੇ ਬੜੇ ਗਰੀਬ ਵੀ ਨੇ। ਔਰ ਜੇ ਆਪਣੇ ਮਨ ਵਿੱਚ ਹੰਕਾਰ ਆ ਜਾਏ ਫਿਰ ਵੱਡੇ ਵੱਡੇ ਵੀ ਬੜੇ ਨੇ, ਇੱਕ ਤੋਂ ਇੱਕ ਚੜ੍ਹ ਕੇ ਹੈ। ਐਸੀ ਅਵਸਥਾ ਹੈ, ਇੱਥੇ ਦੁਖੀ ਵੀ ਬੜੇ ਨੇ, ਸੁਖੀ ਵੀ ਬੜੇ ਨੇ। ਪਰ ਤੂੰ ਕਿਉਂ ਨਹੀਂ ਸਮਝਦਾ ਹੈ? ਤੂੰ ਆਪ ਦੇ ਮਨ ਨੂੰ ਕਿਉਂ ਨਹੀਂ ਟਿਕਾਉਂਦਾ ਹੈ? ਇਹ ਬਾਬਾ ਕਲਿਆਣ ਦਾਸ ਕਹਿ ਰਹੇ ਨੇ, ਕਿਉਂ ਸਾਡੇ ਮਨ ਵਿੱਚ ਰਾਗ, ਦਵੈਖ, ਮੋਹ ਅਤੇ ਈਰਖਾ ਕਿਉਂ ਆ ਜਾਂਦੀ? ਇਸ ਪ੍ਰਕਾਰ ਲਖ ਪਿਤ ਜਗ ਆਸਾ। ਹੁਣ ਦੇਖਿਆ ਵੀ ਪਿਤਾ ਦੇ ਮਨ ਵਿੱਚ ਹੁਣ ਸਮਝਣੇ ਦਾ ਖਿਆਲ ਆਇਆ ਹੈ। ਹੁਣ ਤੱਤੇ ਘਾਹ ਹੈ, ਤੱਤੇ ਘਾਹ ਹੁਣ ਜਦੋਂ ਦਵਾ ਦਾਰੂ ਦੇ ਦਈਏ ਆਰਾਮ ਛੇਤੀ ਆ ਜਾਂਦਾ ਹੈ। ਜਿਉਂ ਅਸੀਂ ਢਿੱਲ ਕਰੀਏ ਜ਼ਖਮ ਜਿਹੜਾ ਹੈ ਹੋਰ ਜ਼ਿਆਦਾ ਦੁਖੀ ਕਰਦਾ ਹੈ। ਹੁਣ ਦੇਖਦੇ ਹੈ ਵੀ ਬਾਪ ਦੇ ਮਨ ਵਿੱਚ ਇਹ ਇੱਛਾ ਹੋਈ ਹੈ, ਸਮਝ ਧਾਰਨ ਦੀ ਕੋਈ ਬਿਰਤੀ ਬਣੀ ਹੈ। ਹੁਣ ਮੌਕਾ ਹੈ, ਮੌਕਾ ਦੇਖ ਕੇ ਸਤਿਗੁਰੂ ਬੋਲੇ ਬਚਨ ਗਿਆਨ ਕੇ ਰਾਸਾ। ਗਿਆਨ ਦੀ ਰਾਸ਼ੀ, ਗਿਆਨ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਨੇ ਦੇਖ ਕੇ ਪਿਤਾ ਨੂੰ ਸੰਸਾਰ ਤੋਂ ਆਤੁਰ ਹੋਇਆ ਅਤੇ ਕਹਿਣ ਲੱਗੇ ਪਰਮੇਸ਼ਰ ਦੇ ਬੇਮੁਖ ਸੋਈ। ਜਿਹੜਾ ਬੰਦਾ ਪਰਮੇਸ਼ਰ ਤੋਂ ਬੇਮੁਖ ਹੈ, ਹੁਣ ਬੇਮੁਖ ਕੌਣ ਹੈ? ਇਹ ਵੀ ਸੁਣੋ, ਮਨ ਜੋ ਨਾਮ ਲਖੀਜੈ ਸੋਈ। ਜਿਹੜਾ ਆਪਣੇ ਆਪ ਤੋਂ ਮੁਨਕਰ ਹੈ, ਆਪਾਪਨ ਭਾਵ ਆਤਮਾ ਤੋਂ। ਦੇਖੋ ਹਰ ਬੰਦਾ ਇਸ ਗੱਲ ਨੂੰ ਸਮਝ ਸਕਦਾ, ਵੱਖਰੀ ਗੱਲ ਉਹ ਨਾ ਸਮਝਣਾ ਚਾਹੇ, ਇਹ ਉਹਦੀ ਤੰਗ ਦਿਲੀ ਕਹਿਣੀ ਚਾਹੀਦੀ ਹੈ। ਜਦੋਂ ਬੰਦਾ ਕੋਈ ਬੁਰਾ ਕੰਮ ਕਰਦਾ ਹੈ, ਦੋ ਆਵਾਜ਼ਾਂ ਅੰਦਰੋਂ ਆਉਂਦੀਆਂ ਨੇ, ਇਹ ਸਾਰਿਆਂ ਨੂੰ ਪਤਾ ਹੈ, ਕੋਈ ਮੁੱਕਰੇ ਨਾ ਇਸ ਗੱਲ ਤੋਂ। ਜਦੋਂ ਬੁਰਾ ਕੰਮ ਕਰਦਾ ਹੈ ਨਾ, ਉਦੋਂ ਇੱਕ ਆਵਾਜ਼ ਆਉਂਦੀ ਹੈ, ਮਨਾ ਛੱਡ ਖਹਿੜਾ, ਲੋਕ ਤੈਨੂੰ ਐਵੇਂ ਬਦਨਾਮ ਕਰਨਗੇ, ਐਵੇਂ ਵਾਧੂ ਕਸੂਤਾ ਬਦਨਾਮੀ ਖੱਟੇਗਾ। ਇੱਕ ਇਹ ਅੰਦਰੋਂ ਆਵਾਜ਼ ਆਉਂਦੀ ਹੈ। ਦੂਸਰੀ ਆਵਾਜ਼ ਆਉਂਦੀ ਹੈ, ਨਹੀਂ ਨਹੀਂ ਤੂੰ ਬਦਲਾ ਲੈਣਾ ਹੈ, ਫਲਾਣੇ ਨੇ ਤੇਰੇ ਨਾਲ ਵਧੀਕੀ ਕੀਤੀ ਹੈ, ਨਹੀਂ ਤੂੰ ਛੱਡਣਾ ਨਹੀਂ ਉਹਨੂੰ ਹੈ। ਇਹ ਦੋ ਆਵਾਜ਼ਾਂ ਆਉਂਦੀਆਂ ਨੇ ਹਰ ਬੰਦੇ ਦੇ ਮਨ ਵਿੱਚ, ਦੁਵਿਧਾ ਬਣੀ ਹੁੰਦੀ ਹੈ। ਸਮਝਣਾ ਜਿਹੜੀ ਬੁਰੇ ਕੰਮ ਤੋਂ ਰੋਕਣ ਵਾਲੀ ਚੀਜ਼ ਹੈ, ਇਹ ਆਪਣੇ ਆਤਮਾ ਦੀ ਆਵਾਜ਼ ਹੈ। ਇਹ ਪਰਮਾਤਮਾ ਸਾਨੂੰ ਸਮਝਾ ਰਹੇ ਨੇ, ਕਦੇ ਕਿਸੇ ਰੂਪ ਵਿੱਚ, ਕਦੇ ਕਿਸੇ ਰੂਪ ਵਿੱਚ।
कई बार तो इस तरह हो जाता है कि बंदा जो अपने आप तो सुननों हट जाता है ना, फिर बाहरों कोई बंदा आके सानू दसदा है, कोई मित्र हो गया, कोई बाप ही जिवें कह दे आके पुत्र किहड़े कामां विच पिया होया हाँ। ਇਹ ਬੰਦੇ ਨੂੰ ਪਰਮੇਸ਼ਵਰ ਹਰ ਤਰ੍ਹਾਂ ਜਗਾਉਣ ਦੀ ਕੋਸ਼ਿਸ਼ ਕਰਦੇ ਨੇ, ਕਦੇ ਮਿੱਤਰ ਰੂਪ ਵਿੱਚ, ਕਦੇ ਘਰਵਾਲੀ ਦੇ ਰੂਪ ਵਿੱਚ ਤੇ ਕਦੇ ਬੱਚਿਆਂ ਦੇ ਰੂਪ ਵਿੱਚ, ਹਰ ਤਰ੍ਹਾਂ ਸਮਝਾਉਣ ਦਾ ਯਤਨ ਕਰਦੇ ਨੇ। ਪਰ ਬੰਦਾ ਜਿਹੜਾ ਪਰਮੇਸ਼ਵਰ ਤੋਂ ਬੇਮੁਖ ਹੋ ਗਿਆ ਹੈ, ਬਿਲਕੁਲ ਸੁਣਨੋਂ ਹਟ ਗਿਆ ਹੈ, ਸੁਣਨਾ ਹੀ ਨਹੀਂ, ਸਿਰਫ ਆਪਣੇ ਮਨ ਦੀ ਸੁਣਨੀ ਹੈ, ਆਤਮਾ ਦੀ ਨਹੀਂ ਸੁਣਨੀ ਹੈ, ਉਹਨੂੰ ਮਨਮੁਖ ਕਿਹਾ ਗਿਆ ਹੈ। ਕਹਿਣ ਲੱਗੇ ਜਿਹੜਾ ਪਰਮੇਸ਼ਵਰ ਤੋਂ ਬੇਮੁਖ ਹੈ ਉਹਨੂੰ ਮਨਮੁਖ ਕਿਹਾ ਜਾਂਦਾ, ਜੋ ਸਰੂਪ ਸਨਮੁਖ ਹੋਵੇ ਲਾਗਾ। ਹੁਣ ਸਨਮੁਖ ਦੀ ਪਰਿਭਾਸ਼ਾ ਦੱਸਦੇ ਸਾਂ। ਕਹਿਣ ਲੱਗੇ ਜਿਹੜਾ ਬੰਦਾ ਸਨਮੁਖ ਹੈ, ਜਿਹੜਾ ਪ੍ਰਭੂ ਦੀ ਆਗਿਆ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਜਿਸ ਨੂੰ ਆਪਾਂ ਇਸ਼ਟ ਮੰਨਦੇ ਹਾਂ, ਜਿਸ ਨੂੰ ਆਪਾਂ ਆਪ ਦਾ ਵੱਡਾ ਜਾਣਦੇ ਹਾਂ, ਕੋਈ ਵੀ ਹੋਏ ਸਾਡੇ ਵਾਸਤੇ ਸਭਨਾਂ ਨਾਲੋਂ ਸਿਆਣਾ, ਸੂਝਵਾਨ, ਸਮਝਦਾਰ ਗੁਰੂ ਸੱਚੇ ਪਾਤਸ਼ਾਹ ਨੇ, ਜਿਹੜੇ ਆਪਦੇ ਵੱਡਿਆਂ ਦੀ ਆਗਿਆ ਮੰਨਦੇ ਨੇ, ਜਾਂ ਆਪਦੇ ਵੱਡੇ ਕਹਿ ਦਈਏ ਸ਼ਰਧਾ ਦਾ ਲੱਛਣ ਦੱਸਦੇ ਹੈ ਵੀ ਜਿਹੜੇ ਬਾਣੀ ਨੂੰ ਸਾਖਸ਼ਾਤ ਪ੍ਰਭੂ ਦੀ ਆਗਿਆ ਸਮਝਦੇ ਨੇ, ਉਹਦਾ ਅਨੁਸ਼ਾਸਨ ਸਮਝਦੇ ਨੇ। ਇਹ ਪਰਮੇਸ਼ਵਰ ਦੀ ਆਗਿਆ ਹੈ, ਭਾਵੇਂ ਬਾਈਬਲ ਹੈ, ਕੁਰਾਨ ਸ਼ਰੀਫ ਹੈ, ਗੀਤਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਹੈ। ਇਹ ਜਿਹੜੀ ਬਾਣੀ ਹੈ ਸਾਰੀ ਉਸ ਰੱਬ ਦੇ ਪਿਆਰਿਆਂ ਭਗਤ ਜਨਾਂ ਦੀ ਹੈ, ਔਰ ਉਹਨਾਂ ਨੇ ਸਮਝਾਇਆ ਹੈ ਸਾਨੂੰ। ਨਹੀਂ ਸਮਝਦੇ ਹਾਂ ਫਿਰ ਵੀ ਮਨ ਦੇ ਪਿੱਛੇ ਲੱਗ ਕੇ ਭਟਕਦੇ ਹਾਂ, ਉਹ ਮਨਮੁਖ ਹੈ। ਪਰ ਜਿਹੜੇ ਸਮਝਦੇ ਹੈ ਉਹ ਗੁਰਮੁਖ ਹੈ, ਉਹ ਸਨਮੁਖ ਹਨ। ਭਇਓ ਅਮਨੁਸੋ ਲਖਹੁ ਸੁਭਾਗਾ। ਉਹ ਐਸੀ ਅਵਸਥਾ ਵਿੱਚ ਆ ਜਾਂਦੇ ਹੈ ਜਿਸ ਵਿੱਚ ਮਨ ਨਾਮ ਦੀ ਕੋਈ ਚੀਜ਼ ਰਹਿ ਹੀ ਨਹੀਂ ਜਾਂਦੀ ਹੈ। ਜਿੰਨਾ ਚਿਰ ਮਨ ਹੈ ਦੁੱਖ ਹੈ, ਦੁੱਖ ਸਦਾ ਰਹੇਗਾ। ਐਸ ਵਾਸਤੇ ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੋਟੇ ਮਨ ਕਹਾਂ ਸਮਾਈ। ਇਹ ਮਨ ਨੂੰ ਖੋਜ ਤੇ ਸਹੀ ਕਦੇ, ਥੋੜ੍ਹਾ ਜਿਹਾ ਇਹਦਾ ਵਰਕਾ ਤੇ ਫਰੋਲ ਕੇ ਦੇਖ, ਇਹ ਹੈ ਕਿਹੜੀ ਬਲਾ ਹੈ, ਸਦਾ ਵਾਸਤੇ ਮੈਨੂੰ ਤੰਗ ਕਰਦੀ ਹੈ, ਪਤਾ ਤੇ ਕਰਾਂ। ਕੋਈ ਬੰਦਾ ਸਾਨੂੰ ਰੋਜ਼ ਗਾਲਾਂ ਕੱਢਦਾ ਹੋਏ, ਰੋਜ਼ ਸਾਨੂੰ ਕੁਝ ਨਾ ਕੁਝ ਕਹੇ, ਅਸੀਂ ਕਹਿ ਹੀ ਦਿੰਦੇ ਹਾਂ ਨਾ ਵੀ ਤੂੰ ਕਿੱਥੋਂ ਦਾ ਹੈ, ਦੱਸ ਮੈਨੂੰ, ਮੈਂ ਤੇਰੇ ਘਰ ਆਉਣਾ ਹਾਂ, ਤੂੰ ਮੈਨੂੰ ਗਾਲਾਂ ਕਿਉਂ ਕੱਢਦਾ ਹੈ। ਪਰ ਅਸੀਂ ਕਦੇ ਸੋਚਦੇ ਹਾਂ, ਮਨ ਸਾਨੂੰ ਰੋਜ਼ ਖਿਝਾਉਂਦਾ ਹੈ, ਕਦੇ ਮਿੱਤਰਾਂ ਦੇ ਕੋਲੋਂ ਨਿਰਾਸ਼ ਕਰਾ ਦਿੰਦਾ ਹੈ, ਕਦੇ ਪਰਿਵਾਰ ਨੂੰ ਗਾਲਾਂ ਕਢਾ ਦਿੰਦਾ ਹੈ, ਕਦੇ ਆਪ ਹੀ ਦੁਖੀ ਹੋ ਜਾਂਦਾ ਹੈ, ਦੁਖੀ ਹੋਇਆ ਰਹਿੰਦਾ ਹੈ। ਪਰ ਮੂਲ ਤੇ ਮਨ ਹੀ ਹੈ ਨਾ, ਕਿਉਂਕਿ ਹੋਰ ਤਾਂ ਕੋਈ ਸਾਨੂੰ ਦੱਸਣ ਵਾਲਾ ਨਹੀਂ ਹੈ ਵੀ ਤੇਰੇ ਨਾਲ ਫਲਾਣਾ ਵਧੀਕੀ ਕਰਦਾ ਪਿਆ ਹੈ, ਫਲਾਣਾ ਤੇਰਾ ਸੁਹਿਰਦ ਹੈ, ਤੇਰਾ ਮਿੱਤਰ ਹੈ। ਇਹ ਕੌਣ ਦੱਸਦਾ ਹੈ? ਮਨ ਹੀ ਦੱਸਦਾ ਹੈ। ਪਹਿਲਾਂ ਤਾਂ ਮਨ ਨੂੰ ਪੁੱਛੀਏ, ਭਾਈ ਤੂੰ ਹੈ ਕੌਣ ਹੈ, ਮੈਨੂੰ ਕੌਣ ਹੈ ਸਲਾਹਾਂ ਦੇਣ ਵਾਲਾ। ਕਿਉਂਕਿ ਬੰਦਾ ਬਗਾਨੇ ਦੀ ਸਲਾਹ ਨਹੀਂ ਲੈਂਦਾ, ਜਿਹਦੇ ਨਾਲ ਕੋਈ ਜਾਣ ਪਛਾਣ ਨਹੀਂ। ਉਹ ਬੰਦਾ ਸਾਨੂੰ ਆ ਕੇ ਸਿੱਖਿਆ ਦੇ ਕਿ ਭਰਾਵਾ ਆਹ ਕੰਮ ਨਾ ਕਰ। ਅਸੀਂ ਕਹਿੰਦੇ ਭਰਾਵਾ ਅਸੀਂ ਤੈਨੂੰ ਜਾਣਦੇ ਨਹੀਂ, ਤੂੰ ਕੌਣ ਆ। ਪਰ ਮਨ ਨੂੰ ਅਸੀਂ ਕਦੇ ਪੁੱਛਿਆ ਵੀ ਤੂੰ ਕੌਣ ਹੈ, ਸਾਨੂੰ ਕਿਉਂ ਤੰਗ ਕਰਦਾ ਹੈ। ਜਿਹੜਾ ਮਨ ਦੀ ਖੋਜ ਨਹੀਂ ਕਰਦਾ ਹੈ, ਕਦੇ ਥੋੜ੍ਹਾ ਸਮਾਂ ਤੇ ਅੱਖਾਂ ਮੀਟ ਕੇ ਬੈਠ, ਵਿਚਾਰ ਕਰ, ਰੋਜ਼ ਵਿਚਾਰ ਕਰ। ਇਹ ਵਿਚਾਰ ਇੱਕ ਦਿਨ ਤੈਨੂੰ ਇਸ ਆਨੰਦ ਵਿੱਚ ਲੈ ਜਾਏਗੀ ਜਿੱਥੇ ਮਨ ਕੋਈ ਹੋਵੇਗਾ ਨਹੀਂ, ਜਿੱਥੇ ਮਨ ਦਾ ਵਾਸਾ ਖਤਮ ਹੋ ਜਾਂਦਾ ਹੈ। ਪਰ ਜਿੰਨਾ ਚਿਰ ਇਸ ਵਿਚਾਰ ਤੋਂ ਭੱਜਦੇ ਹਾਂ, ਥੋੜ੍ਹਾ ਕਾਂਬਾ ਤੇ ਛਿੜੇਗਾ। ਕਿਉਂਕਿ ਜਿਹੜਾ ਬੰਦਾ ਬਹੁਤੇ ਮਿੱਤਰਾਂ ਨਾਲ ਰਹਿੰਦਾ ਹੈ ਨਾ, ਬਹੁਤੇ ਸੰਬੰਧੀਆਂ ਨਾਲ ਜੁਟਿਆ ਰਹਿੰਦਾ ਹੈ, ਇਕੱਲਾਪਨ, ਇਕਾਂਤ ਉਹਦੇ ਵਾਸਤੇ ਬੜਾ ਮੁਸ਼ਕਿਲ ਹੈ। ਕਿਉਂਕਿ ਇਕਾਂਤ ਇੱਕ ਇਹੋ ਜਿਹਾ ਆਨੰਦ ਹੈ ਜੋ ਅਸੀਂ ਇਕੱਲੇ ਮਾਣ ਸਕਦੇ ਹਾਂ ਆਪਣੇ ਆਪ ਤੋਂ। ਬੰਦਾ ਦੂਸਰੇ ਤੋਂ ਆਨੰਦ ਭਾਲਦਾ ਹੈ, ਪਰ ਇਹ ਨਹੀਂ ਸੋਚਦਾ ਵੀ ਜਿਹੜਾ ਦੂਸਰਾ ਹੈ ਉਹ ਤੇਰੇ ਕੋਲ ਆਨੰਦ ਭਾਲਦਾ ਹੈ। ਪਰ ਹੈ ਦੋਨੋਂ ਖਾਲੀ ਹੈ, ਦੋਨੋਂ ਸ਼ੂਸ਼ੇ ਹੈ, ਪਰ ਦੋਨਾਂ ਦੇ ਅੰਦਰ ਆਨੰਦ ਹੈ। ਇਹ ਜਿੱਦਣ ਆਪਣੇ ਆਪ ਨੂੰ ਖੋਜਿਆ ਉਹ ਗੁਰਮੁਖ ਹੈ। ਜਦੋਂ ਇਸ ਅਵਸਥਾ ਨੂੰ ਅਸੀਂ ਧਾਰ ਲਿਆ, ਫਿਰ ਮਨ ਨਹੀਂ ਰਹਿ ਜਾਵੇਗਾ। ਜਿਉਂ ਰੱਬ ਬੇਮੁਖ ਬਰਖ ਹੋਇਆ ਜਾਵੇ। ਦੇਖੋ ਗਰਮੀਆਂ ਦੇ ਦਿਨ ਆਉਂਦੇ ਹੈ, ਪਾਣੀ ਅਸੀਂ ਫਰਿੱਜ ਵਿੱਚ ਰੱਖ ਦਿੰਦੇ ਹਾਂ, ਬਰਫ਼ ਜੰਮ ਜਾਂਦੀ ਹੈ ਕਿਉਂਕਿ ਟੈਂਪਰੇਚਰ ਘੱਟ ਹੋ ਗਿਆ ਹੈ। ਹੁਣ ਤਾਪਮਾਨ ਬਹੁਤ ਘੱਟ ਗਿਆ ਹੈ, ਬਰਫ਼ ਜੰਮ ਜਾਂਦੀ ਹੈ ਨਾ। ਉਹ ਪਾਣੀ ਅਸੀਂ ਜਦੋਂ ਭਾਵੇਂ ਬਰਫ਼ ਹੀ ਜੰਮੀ ਹੈ, ਜਦੋਂ ਸੂਰਜ ਸਾਹਮਣੇ ਰੱਖ ਦੇਵਾਂਗੇ, ਥੋੜ੍ਹੇ ਮਿੰਟਾਂ ਦੇ ਵਿੱਚ ਉਹ ਪਾਣੀ ਹੋ ਜਾਏਗੀ ਸਾਰੀ ਬਰਫ਼। ਕਹਿਣ ਲੱਗੇ ਵਾਹਿਗੁਰੂ ਤੋਂ ਬੇਮੁਖ ਹੋਣਾ, ਸਮਝ ਲਓ ਤਾਪਮਾਨ ਤੋਂ ਪਿੱਛੇ ਹਟ ਕੇ ਅਸੀਂ ਲੁਕ ਗਏ ਹਾਂ। ਜਿੱਥੇ ਕੋਈ ਸੂਰਜ ਦਾ
ਥੋੜ੍ਹਾ ਬਹੁਤਾ ਵੀ ਪਰਛਾਵਾਂ ਨਹੀਂ ਪੈਂਦਾ ਹੈ। ਭਾਵ ਕਿ ਸੂਰਜ ਅੰਦਰ ਤੇ ਨਹੀਂ ਆਉਂਦਾ ਹੈ, ਪਰ ਥੋੜ੍ਹਾ ਬਹੁਤ ਉਹਦਾ ਅੰਦਰ ਗਰਮੈਸ਼ ਬਣੀ ਰਹਿੰਦੀ ਹੈ। ਪਰ ਜੇ ਫਰਿੱਜ ਵਿੱਚ ਅਸੀਂ ਪਾਣੀ ਰੱਖ ਦਈਏ, ਬਰਫ਼ ਜੰਮ ਜਾਂਦੀ ਹੈ। ਜਿਹੜਾ ਬੰਦਾ ਬਿਲਕੁਲ ਹੀ ਮੁਨਕਰ ਹੋ ਜਾਂਦਾ ਹੈ, ਜਿਸ ਨੂੰ ਅਸੀਂ ਨਾਸਤਿਕ ਕਹਿ ਦਿੰਦੇ ਹਾਂ, ਉਹਦੀ ਹਾਲਤ ਹੈ ਬਰਫ਼ ਜੰਮਣ ਵਾਲੀ। ਉਹਦਾ ਮਨ ਤੇ ਬਰਫ਼ ਵਰਗਾ ਹੋ ਗਿਆ। ਹੁਣ ਉਹਨਾਂ ਚਿਰ ਨਹੀਂ ਪਿਘਲੇਗਾ ਜਿੰਨਾ ਚਿਰ ਕੋਈ ਗਿਆਨ ਸਰੂਪ, ਕੋਈ ਇਹੋ ਜਿਹਾ ਸੂਰਜ ਦੀ ਨਿਆਈ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਪ੍ਰਗਟ ਹੈ, ਉਹ ਆਣ ਕੇ ਸਮਝਾਏ, ਫਿਰ ਸਮਝ ਸਕਦਾ ਹੈ। ਕਹਿਣ ਲੱਗੇ ਜਿਉਂ ਹਰ ਬੇਮੁਖ ਬਰਫ਼ ਹੋਇਆ ਜਾਵੇ। ਵਾਹਿਗੁਰੂ ਤੋਂ ਜਿਵੇਂ ਬੇਮੁਖ ਹੋ ਕੇ ਬੰਦਾ ਬਰਫ਼ ਵਰਗਾ ਹੋ ਜਾਂਦਾ, ਸਨਮੁਖ ਤੇ ਸੋ ਜਲ ਪਦ ਪਾਵੈ। ਪਰ ਦੇਖੋ ਜਦੋਂ ਸੂਰਜ ਦੇ ਸਨਮੁਖ ਹੁੰਦਾ ਹੈ, ਉਹ ਹੀ ਬਰਫ਼ ਪਾਣੀ ਵਰਗੀ ਹੋ ਜਾਂਦੀ ਹੈ। ਦੇਖੋ ਕਈ ਦੇਸ਼ ਇਹੋ ਜਿਹੇ ਹੈ, ਸੂਰਜ ਵੀ ਚੜ੍ਹਿਆ ਹੋਇਆ ਹੈ ਪਰ ਬਰਫ਼ ਵੀ ਜੰਮੀ ਹੋਈ ਹੈ। ਉਹਦਾ ਕੀ ਕਾਰਨ ਹੈ? ਉਹ ਤਾਪਮਾਨ ਉੱਥੇ ਬਹੁਤਾ ਘੱਟ ਹੈ। ਸੂਰਜ ਬਹੁਤਾ ਲੰਮਾ ਸਮਾਂ ਨਹੀਂ ਉੱਥੇ ਚੜ੍ਹ ਸਕਦਾ, ਉਹ ਥੋੜ੍ਹਾ ਜਿਹਾ ਉਹਦਾ ਉੱਥੇ ਕੁਝ ਹੁੰਦਾ। ਕਈ ਇਹੋ ਜਿਹੇ ਦੇਸ਼ ਹੈ ਜਿੱਥੇ ਤਕਰੀਬਨ ਸੂਰਜ 6 ਘੰਟੇ ਚੜ੍ਹਦਾ ਹੈ, ਬਾਕੀ ਸਾਰੀ ਰਾਤ ਹੀ ਰਹਿੰਦੀ ਹੈ। ਇਹੋ ਜਿਹੇ ਦੇਸ਼ ਵੀ ਹੈ ਜਿੱਥੇ 6-6 ਮਹੀਨੇ ਸੂਰਜ ਨਹੀਂ ਚੜ੍ਹਦਾ ਹੈ। 6-6 ਮਹੀਨੇ ਫਿਰ ਇਹੋ ਜਿਹੇ ਆ ਜਾਂਦੇ ਹੈ, ਕਿਉਂਕਿ ਜਿਵੇਂ ਸਾਡੇ ਵੀ ਹੈ ਗਰਮੀਆਂ ਦੇ ਦਿਨ ਆ ਜਾਂਦੇ, ਸਰਦੀਆਂ ਦੇ ਦਿਨ ਆ ਜਾਂਦੇ। ਇਹ ਧਰਤੀ ਦੇ ਵਿੱਚ ਕਿਹੋ ਜਿਹੇ ਦੇਸ਼ ਨੇ, ਕਈ ਇਹੋ ਜਿਹੇ ਦੇਸ਼ ਨੇ ਵੀ ਜਿੱਥੇ 6-6 ਮਹੀਨੇ ਸੂਰਜ ਨਹੀਂ ਚੜ੍ਹਦਾ ਹੈ। 6-6 ਮਹੀਨੇ ਕਈ ਵਾਰ ਉੱਥੇ ਰਾਤ ਹੀ ਨਹੀਂ ਹੁੰਦੀ ਹੈ, ਸੂਰਜ ਹੀ ਰਹਿੰਦਾ ਹੈ। ਇਹੋ ਜਿਹੇ ਸਮੇਂ ਹੋ ਜਾਂਦੇ ਹੈ। ਜਿਹੜਾ ਬੰਦਾ ਮਨਮੁਖ ਹੈ ਉਹਦੀ ਹਾਲਤ ਬਰਫ਼ ਵਰਗੀ ਹੈ। ਜਿਹੜਾ ਗੁਰਮੁਖ ਹੋ ਗਿਆ ਉਹ ਪਾਣੀ ਵਾਂਗ ਫਿਰ ਇੱਕ ਤਰਲ ਹੋ ਗਿਆ ਹੈ, ਤਰਲ ਪਦਾਰਥ ਨਿਆਈ ਹੋ ਗਿਆ ਹੈ। ਹੁਣ ਉਹ ਸੁਖੀ ਹੋ ਗਿਆ। ਤਿਉਂ ਇਸ ਮਨ ਕੀ ਗਤ ਲਖ ਲੀਜੈ, ਤਿਵੇਂ ਇਸ ਮਨ ਦੀ ਹਾਲਤ ਸੁਣਨਾ ਕਰ। ਪਰਮੇਸ਼ਰ ਦਿਸ਼ ਦ੍ਰਿੜ ਸੋ ਕਰੀਜੈ। ਪਰਮੇਸ਼ਰ ਵੱਲ ਨੂੰ ਤਾਂ ਕਰਕੇ ਸਾਨੂੰ ਜਾਣਨਾ ਚਾਹੀਦਾ ਹੈ। ਦੇਖੋ ਪਾਣੀ ਨੂੰ ਭਾਵੇਂ ਅਸੀਂ ਜਿੱਧਰ ਨੂੰ ਰੋੜਨਾ ਚਾਹੀਏ ਰੋੜ ਸਕਦੇ ਹਾਂ, ਪਰ ਬਰਫ਼ ਉਹਨੂੰ ਤੋੜਾਂਗੇ ਫਿਰ ਉਹਦੇ ਕੈਂਕਰ ਜਿਹੇ ਖਿੱਲਰ ਜਾਣਗੇ, ਉਹਦੇ 'ਚੋਂ ਅਸੀਂ ਪਾਣੀ ਨਹੀਂ ਪੀ ਸਕਦੇ ਹਾਂ। ਪਰ ਜਿਹੜਾ ਪਾਣੀ ਹੈ ਉਹਨੂੰ ਜਦੋਂ ਮਰਜ਼ੀ ਪੀ ਲਈਏ। ਜਿਹਦਾ ਮਨ ਸ਼ਾਂਤ ਹੋ ਗਿਆ ਹੈ, ਹੁਣ ਭਾਵੇਂ ਉਹਨੂੰ ਜੋ ਮਰਜ਼ੀ ਹੋ ਜਾਏ, ਪਾਣੀ ਨੂੰ ਕੋਈ ਬੰਦਾ ਕੁੱਟ ਨਹੀਂ ਸਕਦਾ, ਮਾਰ ਨਹੀਂ ਸਕਦਾ ਹੈ। ਪਾਣੀ ਇਹੋ ਜਿਹੀ ਚੀਜ਼ ਹੈ। ਤਾਂ ਇਹ ਹੋ ਸਕਦਾ ਹੈ ਜਿਵੇਂ ਸੂਰਜ ਉਹਨੂੰ ਭਾਫ ਬਣਾ ਕੇ ਆਪਣੇ ਵੱਲ ਖਿੱਚ ਲਏ, ਉਹ ਵੱਖਰੀ ਗੱਲ ਹੈ। ਉਹ ਵਾਹਿਗੁਰੂ ਤੋਂ ਬਿਨਾਂ ਹੋਰ ਨਹੀਂ ਕਿਧਰੇ ਜਾ ਸਕਦਾ ਜਿਹੜਾ ਗੁਰਮੁਖ ਹੋ ਗਿਆ ਹੈ। ਇਹ ਸਤਿਗੁਰਾਂ ਨੇ ਅੰਮ੍ਰਿਤਮਈ ਉਪਦੇਸ਼ ਸਾਨੂੰ ਬਖਸ਼ਿਆ ਹੈ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਆਪ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ ਹੈ। ਆਪ ਜੀ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਤਿਗੁਰਾਂ ਦੇ ਅੰਮ੍ਰਿਤਮਈ ਦੀਵਾਨਾਂ ਵਿੱਚ ਹਾਜ਼ਰੀਆਂ ਭਰਦੇ ਹੋ, ਆਪ ਜੀ ਦਾ ਧੰਨਵਾਦ ਹੈ। ਆਪ ਜੀ ਦੇ ਅੰਦਰ ਬੈਠੇ ਪਰਮੇਸ਼ਰ ਪਾਰ ਬ੍ਰਹਮ ਸਰੂਪ ਨੂੰ ਵੀ ਸਾਡੀ ਨਮਸਕਾਰ ਹੈ। ਸੋ ਆਓ ਜੀ ਅਖੀਰਲੀਆਂ ਪੰਕਤੀਆਂ ਪੜ੍ਹੀਏ, ਗੁਰ ਫਤਿਹ ਵਿੱਚ ਸਾਂਝ ਪਾਈਏ। ਤਿਉਂ ਇਸ ਮਨ ਕੀ ਗਤ ਲਖ ਲੀਜੈ, ਪਰਮੇਸ਼ਰ ਦ੍ਰਿਸ਼ ਦ੍ਰਿੜ ਸੋ ਕਰੀਜੈ।